ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਸਿਮਰੋ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘ ਨਾਨਕੇ, ਨਾਸ਼ਕ ਬਿਘ ਨਾਨਕੇ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਨਾਉ ਬਹੋ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਜਗਦੀਸ਼, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਨਵਦਾ ਭਗਤ ਏਈ ਗਤ ਦਾਈ, ਕਰੋ ਸਦੀ ਰਿਧਿ ਹਿਤ ਲਾਈ। ਅਪਰ ਪਾਠ ਸਭ ਦਿਓ ਬਿਹਾਈ, ਜਿਨ ਤੇ ਕਾਰਜ ਸਰੇ ਨਾਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਗੁਰਦੇਵ ਜੀ ਕੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਸੁਭਾਏਮਾਨ सत्संगी जनों, महाराजियों के पावन अस्थानां ते चल रही लड़ीवार शब्द गुर इतिहास की कथा विचार सरवण करन वास्ते निता प्रत भावना नाल संध्या वेले महाराजियों के पावन अस्थानां ते इकत्र हुंदे हां, जुड़दे हां। भगत प्रहलाद जी की कथा वार्ता सरवण कर रहे हाँ, जिन्हां जिन्हां महापुरुषां दा नाम पावन पवित्र बाणी विच महाराजियां ने अंकित किया है। सो उन्हां दे मुबारक जीवन दे बाबत के किस प्रकार दे कठन उन्हां ने अपने जीवन विच वेखे हन, पर जदों भावनी नाल मालक नूं
ਯਾਦ ਕੀਤਾ, ਸਿਮਰਨ ਕੀਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਥਾਈਂ ਸਹਾਏ ਹੋਏ ਹਨ। ਭਗਤ ਪ੍ਰਹਿਲਾਦ ਨੂੰ ਵਾਰ-ਵਾਰ ਜੋ ਉਹਦੇ ਉਸਤਾਦ ਹਨ ਸੰਡਾ ਤਥਾ ਮਰਕਾ, ਉਹਨਾਂ ਨੇ ਪਾਠ ਪੜ੍ਹਾਉਣਾ ਸ਼ੁਰੂ ਕੀਤਾ। ਇੱਕ ਦਿਨ ਹਰਨਾਕਸ਼ ਨੇ ਕੋਲ ਬੁਲਾਇਆ ਭਗਤ ਪ੍ਰਹਿਲਾਦ ਜੀ ਨੂੰ ਤੇ ਕੋਲ ਬੁਲਾ ਕੇ ਪੁੱਛਿਆ ਸੂ, ਬੇਟਾ ਮੈਨੂੰ ਦੱਸੋ ਤੁਸੀਂ ਪਾਠਸ਼ਾਲਾ ਦੇ ਵਿੱਚੋਂ ਅੱਜ ਕਿਹੜਾ ਪਾਠ ਸੁਣਿਆ ਹੈ? ਪਾਠ ਉਹਨਾਂ ਸੁਣਾ ਦਿੱਤਾ ਕਿ ਜੋ ਆ ਜਗਤ ਹੈ ਸਭ ਇਹ ਨਾਸ਼ਮਾਨ ਹੈ, ਇਹ ਮਿਥਿਆ ਹੈ, ਇਹ ਸਦੀਵੀ ਨਹੀਂ ਹੈ, ਥੋੜ ਸਮਾਂ ਹੈ, ਇਹਨੂੰ ਛੱਡੋ, ਆਓ ਉਸ ਪਰਿਪੂਰਨ ਪ੍ਰਮਾਤਮਾ ਦੀ ਭਗਤੀ ਵਾਲੇ ਪਾਸੇ ਜੁੜੀਏ। ਭਗਤ ਪ੍ਰਹਿਲਾਦ ਜੀਆਂ ਨੇ ਨਵਦਾ ਭਗਤੀ 9 ਪ੍ਰਕਾਰ ਦੀ ਜਿਹੜੀ ਭਗਤੀ ਹੈ, ਸਾਹਿਬ ਦਾ ਕੀਰਤਨ ਕਰਨਾ, ਸਾਹਿਬ ਦਾ ਜਸ ਆਪਣੀ ਰਸਨਾ ਨਾਲ ਗਾਇਨ ਕਰਨਾ, ਉਸ ਪਰਮਾਤਮਾ ਦਾ ਧਿਆਨ ਕਰਨਾ ਆਦਿ ਜੋ ਨਵਦਾ ਭਗਤੀ। ਭਗਤ ਪ੍ਰਹਿਲਾਦ ਜੀ ਆਪਣੇ ਪਿਤਾ ਨੂੰ ਜਦੋਂ ਇਹ ਲੱਗੇ ਦੱਸਣ ਤੇ ਜਿਵੇਂ ਜਿਵੇਂ ਦੱਸਿਆ ਉਵੇਂ ਉਵੇਂ ਹੀ ਹਰਨਾਕਸ਼ ਦਾ ਜੋ ਪ੍ਰਕੋਪ ਸੀ ਜਾਂ ਗੁੱਸਾ ਸੀ ਉਹ ਵੀ ਵੱਧਦਾ ਗਿਆ। ਭਗਤ ਪ੍ਰਹਿਲਾਦ ਜੀ ਅੱਗੇ ਕਿਸ ਤਰ੍ਹਾਂ ਦੱਸਦੇ ਹਨ, ਆਓ ਸਾਧ ਸੰਗਤ ਜੀ ਇੱਥੋਂ ਆਪਾਂ ਕਥਾ ਵਾਰਤਾ ਆਰੰਭ ਕਰੀਏ ਜੀ। ਕੋਈ ਪ੍ਰਸ਼ਨਾ ਵਾਂਝੀ ਨਾ ਰਹੇ, ਭਾਵਨੀ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਨਵਦਾ ਭਗਤ ਏਈ ਗਤ ਦਾਈ। ਜੇ ਚਾਹੁੰਦੇ ਹੋ ਪਿਤਾ ਜੀ ਸੰਸਾਰ ਤੋਂ ਗਤ ਲੈਣੀ, ਸੰਸਾਰ ਤੋਂ ਮੁਕਤੀ ਲੈਣੀ, ਤਾਂ ਮੈਂ ਨਵਦਾ ਭਗਤੀ ਤੁਹਾਨੂੰ ਦੱਸੀ ਹੈ, 9 ਪ੍ਰਕਾਰ ਦੀ ਭਗਤੀ। ਕਰੋ ਸਦੀਵ ਹਿਰਦੇ ਹਿਤ ਲਾਈ। ਹਿਤ ਲਾ ਕੇ ਨਿਤਾ ਪ੍ਰਤ ਆਪਣੇ ਹਿਰਦੇ ਦੇ ਅੰਦਰ ਤੁਸੀਂ ਇਹ ਭਗਤੀ ਕਰੋ। ਅਪਰ ਪਾਠ ਸਭ ਦਿਓ ਬਿਹਾਈ। ਜਿੰਨੀ ਵੀ ਹੋਰ ਕੋਈ ਬਾਕੀ ਦੀ ਕੂੜ ਜਿਹੀ ਸਿੱਖਿਆ ਆਪਣੇ ਹਿਰਦੇ ਅੰਦਰ ਤੁਸਾਂ ਪਾਲੀ ਹੋਈ ਹੈ, ਇਹਨੂੰ ਬਿਹਾ ਦਿਓ, ਇਹਨੂੰ ਛੱਡ ਦਿਓ। ਜਿਨ ਤੇ ਕਾਰਜ ਸਰੇ ਨਾਰਾਈ। ਆ ਬਾਕੀ ਕੋਈ ਵੀ ਸਿੱਖਿਆ ਕੰਮ ਨਹੀਂ ਆਉਣੀ। ਰੱਬ ਦੇ ਘਰ ਦੇ ਅੰਦਰ ਇਹੋ ਇੱਕ ਸਿੱਖਿਆ ਹੈ ਕੰਮ ਆਉਣ ਵਾਲੀ। ਇਹ ਬਾਕੀ ਜਿੰਨੀ ਵੀ ਸਿੱਖਿਆ ਹੈ ਇਹ ਸੰਸਾਰ ਦੇ ਅੰਦਰ ਤਾਂ ਚਲੋ ਚਲਾਕੀਆਂ ਕੰਮ ਆਉਣਗੀਆਂ, ਸੰਸਾਰ ਦੀਆਂ ਪੜ੍ਹਾਈਆਂ, ਕੋਈ ਰਾਜਨੀਤਿਕ ਪੜ੍ਹਾਈ ਹੈ, ਕੋਈ ਆ ਬ੍ਰਹਿਮੰਡ ਦੀ ਪੜ੍ਹਾਈ ਹੈ। ਇਹ ਪੜ੍ਹਾਈਆਂ ਤਾਂ ਜਗਤ ਦੇ ਅੰਦਰ ਤਾਂ ਸਾਧ ਸੰਗਤ ਜੀ ਉਹ ਕੰਮ ਆਉਂਦੀਆਂ ਹਨ, ਪਰ ਰੱਬ ਦੇ ਘਰ ਦੇ ਅੰਦਰ ਮਹਾਰਾਜੀਆਂ ਦੇ ਬਚਨ ਹਨ ਕਿ ਭਗਤੀ ਤੋਂ ਬਿਨਾਂ ਜਿਤਨੇ ਵੀ ਹੋਰ ਕਾਰਜ ਹਨ ਸਾਰੇ ਨਿਫਲ ਹਨ। ਇਹੋ ਬਾਤ ਭਗਤ ਪ੍ਰਹਿਲਾਦ ਜੀ ਦੱਸ ਰਹੇ ਹਨ। ਹਰਨਾਕਸ਼ਪ ਸੁਨ ਕੋਪ ਬੜਾਵਾ। ਬਸ ਹੁਣ ਸੁਣਨ ਦੀ ਦੇਰ ਸੀ। ਕਹਿੰਦੇ ਰੱਬ ਦੀ ਭਗਤੀ ਉਹ ਕੌਣ ਹੈ ਮੇਰੇ ਤੋਂ ਬਿਨਾਂ? ਮੈਂ ਇੰਨਾ ਸਮਾਂ ਧਿਆ ਕਰਕੇ ਇਹ ਵਰ ਲਿਆ ਹੈ, ਮੇਰੇ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ। ਬਸ ਸੁਣਦਿਆਂ ਸਾਰ ਕ੍ਰੋਧ ਵਧਣ ਲੱਗਾ। ਨਿਜ ਦੰਤਨ ਸੋ ਅਦਰ ਚਬਾਵਾ। ਆਪਣੇ ਦੰਦਾਂ ਦੇ ਨਾਲ ਆਪਣੇ ਬੁੱਲਾਂ ਨੂੰ ਹੀ ਗੁੱਸੇ ਅੰਦਰ ਆਣ ਕੇ ਕੱਟਣ ਲੱਗਾ, ਇੰਨਾ ਗੁੱਸਾ ਵਧਿਆ। ਸ਼੍ਰੋਣਤ ਸਰਸ ਲਾਲ ਪੇ ਨੈਣਾ। ਔਰ ਅੱਖਾਂ ਦੇ ਅੰਦਰ ਜਿਵੇਂ ਗੁੱਸੇ ਨਾਲ ਨਾ ਲਹੂ ਉਤਰ ਗਿਆ ਹੋਵੇ, ਅੱਖਾਂ ਉਹਨੇ ਆਪਣੀਆਂ ਲਾਲ ਸੂਈਆਂ ਕਰ ਲਈਆਂ। ਸ਼ੁਕਰ ਸੁਤਨ ਸੋ ਬੋਲਿਓ ਬੈਨਾ। ਔਰ ਜਿਹੜੇ ਸ਼ੁਕਰ ਸੁਤਨ ਕੌਣ ਨੇ? ਸ਼ੁਕਰ ਸੁਤਨ ਨੇ ਸੰਡਾ ਤਥਾ ਮਰਕਾ, ਉਹਦੇ ਪੁੱਤਰ ਨੇ ਜੋ ਦੈਂਤਾਂ ਨੂੰ ਪਾਠਸ਼ਾਲਾ ਵਿੱਚ ਪੜ੍ਹਾਉਣ ਦਾ ਕੰਮ ਕਰਦੇ ਨੇ ਉਸਤਾਦ। ਗੁੱਸੇ ਵਿੱਚ ਆਣ ਕੇ ਭਗਤ ਜੀਆਂ ਦੇ ਉਸਤਾਦਾਂ ਨੂੰ ਕਹਿਣ ਲੱਗਾ, ਤੁਮ ਮਤਹੀਨ ਪਛ ਬਿਬਲੀਨਾ। ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਮਤਹੀਨ ਹੋ। ਉਹਨਾਂ ਨੂੰ ਇਹਨੇ ਕਿਹਾ ਹੈ ਗੁੱਸੇ ਵਿੱਚ। ਸੁਤੇ ਕੋ ਪਾਠ ਪੜਾਈ ਮਲੀਨਾ। ਤੁਸੀਂ ਮੇਰੇ ਪੁੱਤਰ ਨੂੰ ਪੁੱਠੀ ਪੱਟੀ ਪੜ੍ਹਾ ਦਿੱਤੀ ਹੈ, ਤੁਸੀਂ ਮੇਰੇ ਪੁੱਤਰ ਨੂੰ ਪੁੱਠਾ ਪਾਠ ਪੜਾਇਆ ਹੈ।
ਮੈਂ ਤੁਹਾਨੂੰ ਕੀ ਕਿਹਾ ਸੀ, ਤੁਸੀਂ ਇਹਨੂੰ ਕੀ ਪੜਾਇਆ ਹੈ? ਮੋਰ ਨਿਰਾਦਰ ਕੀਨ ਅਭਾਗੇ। ਤੁਸੀਂ ਅਭਾਗੇ ਹੋ, ਮੇਰਾ ਤੁਸੀਂ ਭਰੀ ਸਭਾ ਦੇ ਅੰਦਰ ਬੈਠ ਕੇ ਤੁਸੀਂ ਨਿਰਾਦਰ ਕਰਾ ਰਹੇ ਹੋ। ਸਿੱਛਾ ਔਰ ਦੇਨ ਤੁਮ ਲਾਗੇ। ਮੈਂ ਤੁਹਾਨੂੰ ਕੋਈ ਇਹ ਸਿੱਖਿਆ ਦੇਣ ਵਾਸਤੇ ਕਿਹਾ ਸੀ, ਤੁਸੀਂ ਹੋਰ ਹੀ ਕੋਈ ਸਿੱਖਿਆ ਦੇਣ ਲੱਗ ਗਏ ਹੋ। ਬੰਚਕ ਬੇਖ ਬਨਾਇਓ ਜਾਨਾ। ਤੁਸੀਂ ਤਾਂ ਆ ਠੱਗਾਂ ਵਾਲਾ ਵੇਸ਼ ਤੁਸਾਂ ਨੇ ਧਾਰਨ ਕਰ ਲਿਆ ਹੈ। ਮੇਰੇ ਕੋਲੋਂ ਲੈ ਕੇ ਪੈਸਾ ਤੇ ਮੇਰੇ ਉਲਟੀ ਮੇਰੇ ਪੁੱਤਰ ਨੂੰ ਪੱਟੀਆਂ ਪੜਾਉਂਦੇ ਹੋ। ਤੁਸੀਂ ਬੰਚਕ ਕਹੀਏ, ਤੁਸੀਂ ਠੱਗਾਂ ਵਾਲਾ ਭੇਸ ਧਾਰਨ ਕਰ ਲਿਆ ਹੈ। ਛਪੇ ਨਹੀਂ ਮੈਂ ਆਜ ਲਖਾਨਾ। ਅੱਜ ਮੈਨੂੰ ਪਤਾ ਲੱਗ ਗਿਆ ਤੁਹਾਡਾ ਜਿਹੜਾ ਪਾਜ ਹੈ ਇਹ ਉਗੜ ਗਿਆ ਹੈ। ਜਦੋਂ ਮੈਂ ਆਪਣੇ ਬੱਚੇ ਨੂੰ ਇਹਦੀ ਵਿੱਦਿਆ ਬਾਰੇ ਪੁੱਛਿਆ ਹੈ, ਦਿਜ ਮੈਂ ਤੁਮ ਸੋ ਨੀਚ ਨਾ ਕੋਈ। ਤੁਹਾਡੇ ਵਿੱਚੋਂ ਹੋਰ ਕੋਈ ਵੀ ਨੀਵਾਂ ਨਹੀਂ ਜਾਪਦਾ, ਤੁਸੀਂ ਇਹਨਾਂ ਸਾਰਿਆਂ ਬ੍ਰਾਹਮਣਾਂ ਤੋਂ ਵੀ ਨੀਵੇਂ ਹੋ। ਜਿਨ ਕੀ ਬੁੱਧ ਵਿਪਰਜੈ ਹੋਈ। ਜਿਨ੍ਹਾਂ ਦੀ ਮਤ ਵਿਪਰਜਾ ਕਹੀ ਹੈ, ਉਲਟ ਹੋ ਗਈ ਹੈ। ਸੰਡੇ ਮਰ ਕੇ ਬਚਨ ਸਰੋਸਾ। ਹੁਣ ਉਹਨਾਂ ਨੇ ਜਦੋਂ ਇਹਨੇ ਗੁੱਸੇ ਵਿੱਚ ਇਹਨੇ ਬੋਲ ਕਹੇ ਸੰਡੇ ਤਥੇ ਮਰਕੇ ਨੂੰ, ਸੁਨ ਕਰ ਬੋਲੇ ਹਮਨੇ ਦੋਸ਼ਾ। ਦੋਵੇਂ ਜਣੇ ਹੱਥ ਜੋੜ ਕੇ ਲੱਗੇ ਕਹਿਣ, ਸਾਡਾ ਕੋਈ ਦੋਸ਼ ਨਹੀਂ ਰਾਜਨ, ਸਾਡਾ ਇਹਦੇ ਵਿੱਚ ਰਾਈ ਮਾਤਰ ਵੀ ਕੋਈ ਦੋਸ਼ ਨਹੀਂ, ਅਸਾਂ ਕੋਈ ਗਲਤੀ ਨਹੀਂ ਕੀਤੀ। ਅਸ ਪ੍ਰਕਾਰ ਕੋ ਹਮ ਨ ਪੜਾਵਾ। ਅਸਾਂ ਤਾਂ ਇਹ ਪਾਠ ਪੜਾਇਆ ਹੀ ਨਹੀਂ, ਅਸਾਂ ਤਾਂ ਅੱਜ ਆਪ ਪਹਿਲੀ ਵਾਰ ਇਹਦੇ ਮੂੰਹੋਂ ਸੁਣ ਰਹੇ ਆ। ਕਹਿ ਕੀ ਜੋ ਰਿਹਾ ਹੈ ਭਗਤ ਪ੍ਰਹਿਲਾਦ ਜੀ, ਹੁਣ ਰੱਬ ਦੇ ਘਰ ਨਾਲ ਜੋ ਜੁੜੀਆਂ ਬਾਤਾਂ ਉਹਨਾਂ ਉਹ ਕੀਤੀਆਂ। ਕਹਿੰਦੇ ਸਾਨੂੰ ਨਹੀਂ ਪਤਾ, ਅਸੀਂ ਤੇ ਆਪ ਪਹਿਲੀ ਵਾਰ ਹੀ ਸੁਣਿਆ ਹੈ। ਅਪਰ ਨ ਕੋ ਆਨ ਸਿਖਾਵਾ। ਔਰ ਅਸਾਂ ਵੇਖਿਆ ਹੈ ਪਾਠਸ਼ਾਲਾ ਵਿੱਚ ਹੋਰ ਕੋਈ ਆਉਂਦਾ ਵੀ ਨਹੀਂ, ਹੋਰ ਕਿਸੇ ਨੇ ਕੁਝ ਵੀ ਪੜਾਇਆ ਨਹੀਂ ਹੈ। ਸਹਿਜ ਸੁਭਾਇਕ ਤਵ ਸੁਤੇ ਐਸੇ। ਤੇਰੇ ਪੁੱਤਰ ਨੇ ਇਹ ਸਹਿਜ ਸੁਭਾਕ ਬੋਲ ਕਹਿ ਦਿੱਤੇ ਹੋਣਗੇ। ਸਹਿਜ ਸੁਭਾਕ ਹੀ ਇਹ ਸ਼ਬਦ ਕਹੇ ਹਨ। ਲੀਨੀ ਕੋ ਮਤ ਬਕਤ ਅਬ ਜੈਸੇ। ਔਰ ਜਿਵੇਂ ਇਹਨੇ ਭੈੜੀ ਮਤ ਧਾਰਨ ਕੀਤੀ ਹੈ ਉਦਾਂ ਹੀ ਇਹ ਬਕੀ ਜਾ ਰਿਹਾ ਹੈ ਭਗਤ ਜੀਆਂ ਦੇ ਬਾਬਤ। ਕਿਉਂਕਿ ਭਾਵੇਂ ਭਗਤ ਕਬੀਰ ਸਾਹਿਬ ਜੀ ਨੇ, ਭਗਤ ਨਾਮਦੇਵ ਸਾਹਿਬ ਜੀਆਂ ਨੇ, ਪੁਰਾਤਨ ਸਮੇਂ ਭਗਤ ਧਰੂ ਜੀਆਂ ਦੀ ਵਾਰਤਾ ਆਏਗੀ, ਭਗਤ ਪ੍ਰਹਿਲਾਦ ਜੀ ਦੀ ਸਰਵਣ ਕਰ ਰਹੇ ਹਾਂ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਜੋੜ ਹੀ ਨਹੀਂ ਮਹਾਰਾਜ ਕਹਿੰਦੇ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਜੋੜ ਰਲਦਾ ਹੀ ਨਹੀਂ, ਕਿਉਂਕਿ ਇੱਕ ਚਾਲ ਦੂਸਰੀ ਚਾਲ ਨੂੰ ਸਮਝ ਹੀ ਨਹੀਂ ਸਕਦੀ। ਭਗਤਾਂ ਕੀ ਚਾਲ ਨਿਰਾਲੀ, ਮਹਾਰਾਜ ਕਹਿੰਦੇ ਉਹਨਾਂ ਦੀ ਤਾਂ ਚਾਲ ਹੀ ਨਿਰਾਲੀ ਹੈ। ਜਗਤ ਉਹਨਾਂ ਨੂੰ ਪੁੱਠਾ ਸਮਝਦਾ ਹੈ। ਜਿਹੜਾ ਜਗਤ ਆਪ ਹੀ ਪੁੱਠੀ ਚਾਲ ਚੱਲਿਆ ਹੋਇਆ ਹੈ, ਭਗਤਾਂ ਨੂੰ ਪੁੱਠਾ ਸਮਝਦਾ ਹੈ। ਭਗਤ ਜੀ ਭਗਤ ਪ੍ਰਹਿਲਾਦ ਜੀ ਨੂੰ ਪੁੱਠਾ ਸਮਝ ਰਹੇ ਸਾਰੇ। ਕਹਿੰਦੇ ਜੀ ਇਹਨੇ ਭੈੜੀ ਮਤ ਧਾਰਨ ਕਰ ਲਈ ਹੈ। ਇਉਂ ਨਹੀਂ ਕਹਿ ਰਹੇ ਵੀ ਭੈੜੀ ਮਤ ਸਾਡੀ ਹੈ, ਇਦਾਂ ਨਹੀਂ ਕਹਿ ਰਹੇ। ਕਹਿੰਦੇ ਜੀ ਇਹਨੇ ਭੈੜੀ ਮਤ ਧਾਰਨ ਕੀਤੀ ਹੈ। ਭਗਤ ਪ੍ਰਹਿਲਾਦ ਜੀ ਬਾਬਤ ਇਹ ਕਹਿਣ ਲੱਗੇ, ਹਮ ਪਰ ਰੋਕ ਬਾਦ ਕੇ ਮਲਕੀਨੋ। ਸਾਡੇ ਨਾਲ ਅਸੀਂ ਇਹਨੂੰ ਰੋਕਿਆ ਵੀ ਹੈ, ਸਾਡੇ ਨਾਲ ਤੁਸੀਂ ਇਸ ਬੇਦੀਰਖਾ ਨਾ ਕਰੋ। ਨਿਜ ਸੁਤ ਦੋਖ ਹਿਰਦੇ ਤੁਮ ਚੀਨੋ। ਇਹ ਤੇਰੇ ਪੁੱਤਰ ਦਾ ਆਪਣਾ ਕੋਈ ਦੋਖ ਹੈ, ਤੇਰੇ ਪੁੱਤਰ ਦੀ ਆਪਣੀ ਕੋਈ ਗਲਤੀ ਹੈ। ਹਰਨਾ ਕਸ਼ਪ ਮੁਝ ਔਰ ਨਿਹਾਰਾ। ਕਹਿੰਦੇ ਫਿਰ ਭਗਤ ਪ੍ਰਹਿਲਾਦ ਜੀ ਜੋ ਕਥਾ ਵਾਰਤਾ ਸੁਣਾ ਰਹੇ ਨੇ, ਕਹਿੰਦੇ ਫਿਰ ਹਰਨਾਕਸ਼ ਪਿਤਾ ਨੇ ਮੇਰੇ ਵੱਲ ਵੇਖਿਆ। ਮੁਖ ਸੋ ਐਸੇ ਬਚਨ ਉਚਾਰਾ। ਮੁਖ ਹਰਨਾਕਸ਼ ਆਪਣੇ ਪੁੱਤਰ ਭਗਤ ਪ੍ਰਹਿਲਾਦ ਜੀ ਨੂੰ ਕਹਿਣ ਲੱਗਾ, ਏ ਸੁਤ ਗੁਰ ਨੇ ਤੋਏ ਪੜਾਈ। ਇਹ ਪੁੱਤਰ ਮੈਂ ਤੇਰੇ ਉਸਤਾਦਾਂ ਕੋਲੋਂ ਵੀ ਪੁੱਛ ਲਿਆ ਹੈ, ਤੂੰ ਆ ਪੜਿਆ ਕਿੱਥੋਂ ਹੈ? ਕੈ ਖੋਟੀ ਮਤ ਦੀਨ ਸਿਖਾਈ। ਆ ਤੈਨੂੰ ਭੈੜੀ ਮਤ ਕਿੰਨੇ ਸਿਖਾਈ ਹੈ? ਸੁਨ ਮੈਂ ਪਿਤ ਸੋ ਬਚਨ ਬਖਾਨਾ। ਕਹਿੰਦੇ ਫਿਰ ਮੈਂ ਪਿਤਾ ਜੀ ਕੋਲੋਂ ਇਹ ਬਚਨ ਜਦੋਂ ਸੁਣੇ ਤੇ ਫਿਰ ਮੈਂ ਬਚਨ ਕੀਤੇ। ਤਜੋ ਤਾਤ ਸੰਤਾਪ ਮਹਾਨਾ। ਹੇ ਪਿਤਾ ਜੀ ਪਹਿਲੀ ਗੱਲ ਤੁਸੀਂ ਆ ਗੁੱਸਾ ਛੱਡੋ, ਸੰਤਾਪ ਜਿਹੜਾ ਪਾਲੀ ਬੈਠੋ ਆ ਤੁਸੀਂ ਗੁੱਸਾ ਛੱਡੋ। ਵਿਖੇ ਵਾਸ਼ਨਾ ਬਸ ਨਰ ਜੋ। ਜਿਹੜਾ ਵੀ ਜੀਵ ਇਹਨਾਂ ਵਿਕਾਰਾਂ ਵਿਸ਼ੇ ਵਾਸ਼ਨਾ ਦੇ ਵਸ ਵਿੱਚ ਹੋ ਗਿਆ, ਦਈ ਸੁਮਤ ਨ ਮਾਨਤ ਸੋ। ਉਹਨੂੰ ਤੁਸੀਂ ਜਿਹੜੀ ਮਰਜ਼ੀ ਮਤ ਦੇ ਦਿਓ ਉਹ ਜੀਵ ਸਮਝ ਹੀ ਨਹੀਂ ਸਕਦਾ। ਆਪਣੇ ਪਿਤਾ ਜੀਆਂ ਨੂੰ ਜਦੋਂ ਦੁਬਾਰਾ ਫੇਰ ਗੱਲ ਚੱਲੀ, ਭਗਤ ਜੀ ਫੇਰ ਕਹਿਣ ਲੱਗੇ, ਪਿਤਾ ਜੀ ਛੱਡੋ ਤੁਸੀਂ ਇਸ ਬਾਤ ਨੂੰ, ਆ
ਜਿਹੜਾ ਜੀਵ ਇਹਨਾਂ ਵਾਸ਼ਨਾਵਾਂ ਦੇ ਵਸ ਵਿੱਚ ਹੋ ਜਾਏ, ਉਹਨੂੰ ਕੋਈ ਬੰਦਾ ਕੁਛ ਮਰਜ਼ੀ ਸਿਖਾਉਂਦਾ ਰਹੇ, ਉਹਨੇ ਉਹਨਾਂ ਦੀ ਗੱਲ ਨਹੀਂ ਸੁਣਨੀ। ਕੋਟ ਭਾਂਤ ਸਮਝਾਏ ਜੇ ਤਾਸੂ, ਜੇ ਕਰੋੜਾਂ ਵਾਰੀ ਵੀ ਕਰੋੜਾਂ ਤਰੀਕਿਆਂ ਦੇ ਨਾਲ ਕੋਈ ਵੀ ਬੰਦਾ ਸਮਝਾਉਂਦਾ ਰਹੇ, ਬੇਮੁਖ ਹਿਰਦੇ ਨ ਆਨੇ ਕਾਸੂ, ਬੇਮੁਖ ਕਿਸੇ ਨੂੰ ਵੀ ਆਪਣੇ ਹਿਰਦੇ ਵਿੱਚ ਜਾਂ ਉਪਦੇਸ਼ ਨੂੰ ਬੇਮੁਖ ਨਹੀਂ ਲੈ ਕੇ ਆਉਂਦੇ। ਮਾਨ ਸਰੋਵਰ ਬਾਸ ਸੁਖਾਰਾ, ਹੁਣ ਦੱਸੋ ਵੀ ਮਾਨ ਸਰੋਵਰ ਦੇ ਉੱਪਰ ਕੋਈ ਵਸਣਾ ਔਖਾ ਹੈ? ਮਾਨ ਸਰੋਵਰਾਂ ਤੇ ਇੰਨਾ ਸੋਹਣਾ ਵਾਤਾਵਰਨ, ਮਾਨ ਸਰੋਵਰਾਂ ਤੇ ਇੰਨੇ ਹੀਰੇ ਮੋਤੀ, ਮਾਨ ਸਰੋਵਰਾਂ ਤੇ ਵਸਣਾ ਕੋਈ ਔਖਾ ਤਾਂ ਨਹੀਂ। ਕਰਨੋ ਮੁਕਤਾ ਕੇਰ ਆਹਾਰਾ, ਔਰ ਜਿੱਥੇ ਮੋਤੀਆਂ ਦੇ ਭਾਵ ਆਹਾਰ ਹੰਸਾਂ ਨੂੰ ਖਾਣ ਵਾਸਤੇ ਮਿਲਣ, ਬਾਇਸ ਸੀਖ ਨ ਮਾਨੇ ਕਬਈ। ਪਰ ਜੇ ਕਾਂ ਨੂੰ ਕਹੀਏ ਵੀ ਤੂੰ ਸਰੋਵਰ ਤੇ ਵਾਸਾ ਕਰ, ਜੇ ਕਾਗ ਨੂੰ ਕਹਿ ਦਈਏ ਵੀ ਤੂੰ ਉਸ ਚੰਗੀ ਥਾਂ ਤੇ ਵਾਸਾ ਕਰ ਲੈ, ਕੀ ਕਾਂ ਉਹਦੀ ਗੱਲ ਮੰਨ ਲਵੇਗਾ? ਕਾਂ ਨੂੰ ਹੁਣ ਉਹ ਜਿਹੜੀ ਭਾਵੇਂ ਕੋਈ ਸਿੱਖਿਆ ਚੰਗੀ ਹੀ ਦਿੱਤੀ ਹੈ ਵੀ ਤੂੰ ਆਪਣਾ ਭੈੜੀ ਥਾਂ ਤੋਂ ਟਿਕਾਣਾ ਇਹਨਾਂ ਗੰਦਗੀ ਦੇ ਢੇਰਾਂ ਉੱਪਰ ਚੁੰਝਾਂ ਮਾਰਨ ਦੇ ਨਾਲੋਂ ਚੰਗੀ ਥਾਂ ਤੇ ਟਿਕਾਣਾ ਕਰ, ਪਰ ਭਗਤ ਜੀ ਕਹਿਣ ਲੱਗੇ ਦੱਸੋ ਪਿਤਾ ਜੀ, ਕਾਂ ਕਦੀ ਸਿੱਖਿਆ ਮੰਨਦਾ ਹੈ? ਕਾਂ ਨੂੰ ਇਹ ਸਿੱਖਿਆ ਹੀ ਚੰਗੀ ਨਹੀਂ ਲੱਗਦੀ। ਜੇ ਉੱਤਮ ਗੁਣ ਹੋਵੇ ਸਭਈ, ਜੇ ਹਿਰਦੇ ਅੰਦਰ ਉੱਤਮ ਗੁਣ ਹੋਣ, ਤਾਂ ਕੀ ਰਤ ਦੁਰਗੰਧੇ ਮਾਈ, ਉਹ ਤਾਂ ਉਹਦੀ ਰਤ ਨੂੰ ਉਸ ਦੁਰੰਧ ਦੇ ਅੰਦਰ ਉੱਥੇ ਹੀ ਜੁੜਦੇ ਹਨ। ਤਿਉ ਸੱਠ ਭਗਤ ਸੀਖ ਲੈ ਨਾਈ, ਇਸੇ ਤਰ੍ਹਾਂ ਹੀ ਮੂਰਖ ਭਗਤ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕਰਦੇ। ਕਿਆ ਉਹਨਾਂ ਨੇ ਕੀ ਹੈ? ਭਗਤ ਜੀਆਂ ਨੇ ਫਿਰ ਆਪਣੀ ਉਹ ਰੱਬ ਦੇ ਘਰ ਵਾਲੀ ਪ੍ਰੀਤ ਦੀਆਂ ਬਾਤਾਂ ਪਿਤਾ ਨਾਲ ਸਾਂਝੀਆਂ ਕਰ ਦਿੱਤੀਆਂ। ਕਹਿੰਦੇ ਮੂਰਖ ਨੂੰ ਹੁਣ ਭਾਵੇਂ ਕਿਤਨਾ ਮਰਜ਼ੀ ਕੋਈ ਸਮਝਾ ਦਵੇ, ਉਹ ਨਹੀਂ ਗੱਲ ਮੰਨਣੀ ਜਿਹੜੀ ਉਹਨੇ ਆਪਣੇ ਪਿੜ ਪੱਲੇ ਪਹਿਲਾਂ ਬੰਨੀ ਹੋਈ ਹੈ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ, ਝੂਠਾ ਕੀ ਰੇ ਝੂਠ ਪ੍ਰੀਤ। ਮਹਾਰਾਜ ਜੀਆਂ ਦੇ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਕਹਿੰਦੇ ਹੁਣ ਭਾਵੇਂ ਕਾਂ ਨੂੰ ਤੁਸੀਂ ਜਿੰਨੀ ਮਰਜ਼ੀ ਸਿੱਖਿਆ ਦੇ ਦਿਓ, ਕਾਂ ਉਹ ਸਿੱਖਿਆ ਨੂੰ ਨਹੀਂ ਧਾਰਨ ਕਰਦਾ। ਉਹਨੂੰ ਕਹਿ ਦਵੋ ਵੀ ਚੱਲ ਮਾਨ ਸਰੋਵਰ ਤੇ ਤੇਰਾ ਖਾਣਾ ਹੈ, ਉਹ ਕਹੇਗਾ ਮੈਨੂੰ ਮਾਨ ਸਰੋਵਰ ਦਾ ਕੰਮ ਕੀ? ਪਿਤਾ ਜੀ ਜਿਹੜੀ ਮੱਤ ਕਿਤੇ ਤੁਸੀਂ ਧਾਰਨ ਕੀਤੀ ਹੈ, ਮੱਤ ਤੁਹਾਡੀ ਵੀ ਚੰਗੀ ਨਹੀਂ ਹੈ। ਤੁਸੀਂ ਵੀ ਇਹ ਉਲਟ ਮੱਤ ਧਾਰਨ ਕਰ ਲਈ ਹੈ। ਬੰਧਨ ਪਰੇ ਜਗਤ ਕੇ ਭਾਰੀ, ਸਾਰੇ ਜਗਤ ਦੇ ਭਾਰੇ ਬੰਧਨ ਆਣ ਪੈਂਦੇ ਹਨ। ਛੂਟਨ ਏਕ ਉਪਾਏ ਵਿਚਾਰੀ, ਇਹ ਜਗਤ ਦੇ ਇਹਨਾਂ ਬੰਧਨਾਂ ਤੋਂ ਪਿਤਾ ਜੀ ਛੁੱਟਣਾ ਹੈ। ਸੁਨ ਤਾਰੇ ਸਤਿਗੁਰ ਉਪਦੇਸ਼ਾ, ਸੁਣੋ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਧਾਰਨ ਕਰ ਲਵੋ। ਔਰ ਨ ਰਹੇ ਦੁੱਖ ਕੋ ਲੇਸ਼ਾ, ਔਰ ਫਿਰ ਦੁੱਖਾਂ ਦਾ ਲੇਸ਼ ਮਾਤਰ ਵੀ ਬਾਕੀ ਨਹੀਂ ਰਹਿੰਦਾ ਜੇ ਕੋਈ ਗੁਰੂ ਦੀ ਸਿੱਖਿਆ ਨੂੰ ਪਿਤਾ ਜੀ ਧਾਰਨ ਕਰ ਲਵੇ। ਤਨ ਅਰਥੀ ਜੇ ਗੁਰ ਜਗ ਮਾਈ, ਜਿਨ੍ਹਾਂ ਨੇ ਆਪਣਾ ਗੁਰੂ ਹੀ ਧਨ ਨੂੰ ਮੰਨ ਲਿਆ ਹੋਵੇ, ਜਿਨ੍ਹਾਂ ਨੂੰ ਆਪਣੇ ਧਨ ਤੋਂ ਬਿਨਾ ਕੋਈ ਹੋਰ ਦੂਸਰਾ ਦਿਸਦਾ ਹੀ ਨਾ ਹੋਵੇ, ਸਾਰਾ ਕੁਝ ਉਹਨਾਂ ਵਾਸਤੇ ਧਨ ਹੀ ਗੁਰੂ ਬਣ ਜਾਏ। ਆਤਮ ਗਿਆਨ ਹਿਰਦੇ ਮੈਂ ਨਾਈ, ਉਹਨਾਂ ਦੇ ਹਿਰਦੇ ਅੰਦਰ ਆਤਮ ਗਿਆਨ ਕਿੱਥੋਂ ਵਸਣਾ ਹੈ, ਜਿਨ੍ਹਾਂ ਦਾ ਗੁਰੂ ਹੀ ਸਾਰਾ ਕੁਝ ਧਨ ਪਦਾਰਥ ਸੰਪਦਾ ਜਿਹੜੇ ਆਪਣੇ ਆਪ ਭਾਵ ਗੁਰੂ ਮੰਨ ਕੇ ਬੈਠ ਜਾਣ। ਤਿਨ ਤੇ ਪੰਥ ਨ ਸੂਝੇ ਕੈਸੇ, ਪਿਤਾ ਜੀ ਦੱਸੋ ਉਹਨਾਂ ਕੋਲੋਂ ਕਦੀ ਪੰਥ ਸੁਝਦਾ ਹੈ? ਪਿਤਾ ਜੀ ਉਹਨਾਂ ਨੂੰ ਕਦੀ ਇਹ ਰਾਹ ਚੰਗਾ ਲੱਗਦਾ ਹੈ? ਉਹਨਾਂ ਨੂੰ ਇਹ ਰਾਹ ਚੰਗਾ ਨਹੀਂ ਲੱਗਦਾ। ਇਹ ਵਾਲਾ ਰਾਹ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੀਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਕਿਉਂਕਿ ਇਹ ਮਾਰਗ ਹੈ ਹੀ ਖੰਨਿਓ ਤਿੱਖੀ ਵਾਲੋ, ਨਿੱਕੀ ਏਤ ਮਾਰਗ ਜਾਣਾ। ਪਿਤਾ ਜੀ ਉਹ ਮਾਰਗ ਦਿਓ ਪਾਂਦੀ ਨਹੀਂ ਬਣਦੇ। ਅੰਦਾ ਆਗੂ ਅੰਦਨ ਜੈਸੇ, ਉਹ ਤਾਂ ਉਹ ਗੱਲ ਹੋ ਗਈ ਜਿਨ੍ਹਾਂ ਦਾ ਆਗੂ ਹੀ ਅੰਨਾ ਹੋਵੇ। ਜਾਵਤ ਗਿਰਸੋਂ ਗਰਤ ਮਝਾਰੀ, ਉਹ ਆਗੂ ਆਪ ਵੀ ਟੋਏ ਵਿੱਚ ਜਾ ਡਿੱਗਾ ਤੇ ਨਾਲ ਜਿਨ੍ਹਾਂ ਨੇ ਉਹਦੇ ਰਸਤੇ ਭਾਵ ਪਗ ਡੰਡੀ ਨੂੰ ਪਕੜਿਆ ਉਹ ਵੀ ਜਾ ਡਿੱਗੇ। ਅੰਧਾ ਆਗੂ ਜੇਠ ਹੀ ਹੈ ਕਿਉਂ ਪਾਦਰ ਜਾਣਾ। ਛੇ ਆਗੂ ਅੰਨਾ ਹੋ ਜਾਏ ਸਾਰੇ ਹੀ ਉਸ ਟੋਏ ਵਿੱਚ ਜਾ ਡਿੱਗਦੇ ਹਨ।
ਜੋ ਤੈ ਪਾਛੇ ਗਿਰੇ ਸੰਗਾਰੀ। ਹਾਂ, ਜਿਹੜੇ ਸੰਗੀ ਨੇ ਭਾਈ ਉਹ ਵੀ ਮਹਾਰਾਜ ਕਹਿੰਦੇ, ਭਗਤ ਪ੍ਰਹਿਲਾਦ ਜੀ ਕਹਿੰਦੇ, ਪਿਤਾ ਜੀ ਕੱਲਾ ਆਪ ਨਹੀਂ ਫਿਰ ਆਗੂ ਡਿੱਗਦਾ, ਉਹ ਜਿਹੜੇ ਫਿਰ ਨਾਲ ਉਹਦੇ ਸੰਗੀ ਸਾਥੀ ਨੇ ਉਹ ਵੀ ਜਾ ਟੋਏ ਵਿੱਚ ਜਾ ਡਿੱਗਦੇ ਹਨ। ਹੇ ਪਿਤ ਕਿਉਂ ਨਾ ਭਜੇ ਪ੍ਰਭ ਚਰਣਾ। ਹੇ ਪਿਤਾ ਜੀ, ਤੁਸੀਂ ਪ੍ਰਭੂ ਦੀ ਭਗਤੀ ਨੂੰ ਕਿਉਂ ਨਹੀਂ ਸਿਮਰਦੇ, ਕਿਉਂ ਨਹੀਂ ਪ੍ਰਭੂ ਦੀ ਭਗਤੀ ਨੂੰ ਗ੍ਰਹਿਣ ਕਰਦੇ। ਹੋਏ ਹੈ ਜਨਮ ਮਰਨ ਕੋ ਹਰਣਾ। ਜਿਹਦੇ ਨਾਲ ਸੰਸਾਰ ਦਾ ਜਨਮ ਤਥਾ ਮਰਨ ਇਹ ਖਤਮ ਹੋ ਜਾਏ, ਵਾਰ-ਵਾਰ ਆਉਣਾ ਤੇ ਵਾਰ-ਵਾਰ ਜੰਮਣਾ ਨਾ ਪਵੇ। ਕਰ ਸਤ ਸੰਗ ਸਰਸ ਸੁਰ ਤੈਨੂੰ। ਇਸ ਤੁਸੀਂ ਪਰਿਪੂਰਨ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰੋ। ਸਤ ਸੰਗਤ ਰੂਪੀ ਗਾਂ ਕਾਮ ਤੈਨੂੰ ਗਊ, ਉਹਦੇ ਸੰਗ ਤੁਸੀਂ ਜੁੜਨਾ ਕਰੋ। ਸਿਰ ਪਰ ਧਰ ਸੰਤਨ ਪਦ ਰੇਨੂ। ਔਰ ਆਪਣੇ ਸਿਰ ਦੇ ਉੱਪਰ ਚਰਨਾਂ ਦੀ ਧੂੜੀ, ਸੰਤਾਂ ਦੇ ਚਰਨਾਂ ਦੀ ਧੂੜੀ ਨੂੰ ਆਪਣੇ ਮਸਤਕ ਪਰ ਲਾਉਣਾ ਕਰੋ। ਤਰ ਜੈ ਹੈ ਪਵ ਸਾਗਰ ਪੂਰੀ। ਪਿਤਾ ਜੀ, ਉਹ ਆਪ ਸੰਸਾਰ ਤੋਂ ਆਪਾਂ ਤਰ ਜਾਵਾਂਗੇ ਜੇ ਆਪਾਂ ਇਸ ਮਾਰਗ ਦੇ ਪਾਂਧੀ ਬਣ ਜਾਵਾਂਗੇ। ਪਾਏ ਪਰਮ ਗਤ ਸਭ ਬਿਦਰੂਰੀ। ਔਰ ਜਗਤ ਦੇ ਵਿੱਚ ਤਰਾਂਗੇ ਵੀ ਔਰ ਪਰਮ ਗਤੀ ਨੂੰ ਵੀ ਪ੍ਰਾਪਤ ਹੋ ਜਾਵਾਂਗੇ ਜੇ ਇਸ ਮਾਰਗ ਦੇ ਪਾਂਧੀ ਬਣਾਂਗੇ। ਦੈਂਤ ਰਾਜ ਸੁਨ ਕ੍ਰੋਧ ਵਿਸ਼ੇਖਾ। ਉਧਰੋਂ ਭਗਤ ਜੀ ਆਪਣੇ ਬਚਨ ਕਹਿ ਰਹੇ ਨੇ, ਇਧਰੋਂ ਹੁਣ ਪਿਤਾ ਦਾ ਜਿਹੜਾ ਗੁੱਸਾ ਹੈ ਉਹ 7ਵੇਂ ਅਸਮਾਨ ਤੇ ਚੜਿਆ ਹੋਇਆ। ਅੱਖਾਂ ਲਾਲ ਹੋ ਗਈਆਂ ਹਨ ਹਰਨਾਕਸ਼ ਦੀਆਂ। ਕਹਿ ਕੀ ਰਿਹਾ ਹੈ ਮੈਨੂੰ, ਕਿਸ ਦੀ ਭਗਤੀ ਵਾਸਤੇ ਮੈਨੂੰ ਕਹਿ ਰਿਹਾ ਹੈ। ਮੇਰੇ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ। ਇਸ ਪ੍ਰਕਾਰ ਜਦੋਂ ਭਗਤ ਪ੍ਰਹਿਲਾਦ ਜੀ ਨੇ ਬਚਨ ਕਹੇ, ਕੰਪਤ ਤਨ ਪਾ ਆਰੁਨ ਬੇਖਾ। ਔਰ ਬੜਾ ਹੀ ਇਹ ਭਯੰਕਰ ਰੂਪ, ਦੂਸਰਾ ਅਗਨੀ ਦੇਵਤੇ ਵਾਲਾ ਰੂਪ, ਪ੍ਰਚੰਡ ਇਹਦਾ ਰੂਪ ਹੋ ਗਿਆ। ਤਿਰਛੇ ਕੀਨ ਭਿਆਨਕ ਨੈਣਾ। ਔਰ ਅੱਖਾਂ ਟੇਢੀਆਂ ਕਰਕੇ ਭਗਤ ਜੀ ਵੱਲ ਵੇਖਿਆ। ਅਧਿਕ ਗਰਜ ਕਹਿ ਬੋਲਿਓ ਬੈਨਾ। ਬੜਾ ਗਰਜ ਕੇ ਇਹ ਕਹਿਣ ਲੱਗਾ, ਅੰਕ ਵਿਖੈ ਤੇ ਦੀਨ ਬਗਾਈ। ਕਹਿੰਦੇ ਆਪਣੀ ਗੋਦ ਵਿੱਚੋਂ ਕੁਛੜ ਜੋ ਚੁੱਕਿਆ, ਗੋਦ ਵਿੱਚ ਬਿਠਾਇਆ ਹੋਇਆ, ਚੁੱਕ ਕੇ ਭਗਤ ਪ੍ਰਹਿਲਾਦ ਜੀ ਨੂੰ ਗੁੱਸੇ ਵਿੱਚ ਦੂਰ ਮਾਰਿਆ। ਕਹਿ ਮਾਰੋ ਇਸ ਕੋ ਲੈ ਜਾਈ। ਕਹਿੰਦੇ ਜਾਓ ਇਹਨੂੰ ਜਾ ਕੇ ਤੁਸੀਂ ਖਤਮ ਕਰ ਦਿਓ। ਸੁਤ ਮਮ ਨਹੀਂ ਲਖੋ ਯੋ ਮਨ ਮੈਂ। ਇਹ ਮੇਰਾ ਪੁੱਤਰ ਹੈ ਹੀ ਨਹੀਂ, ਮੈਂ ਇਹਨੂੰ ਆਪਣਾ ਪੁੱਤਰ ਮੰਨਦਾ ਹੀ ਨਹੀਂ, ਇਹ ਮੇਰੇ ਕਹਿਣੇ ਵਿੱਚ ਨਹੀਂ ਹੈ। ਦੀਰਗ ਰੋਗ ਭਇਓ ਏ ਤਨ ਮੈਂ। ਇਹਨੂੰ ਕੋਈ ਵੱਡਾ ਰੋਗ ਲੱਗ ਗਿਆ ਹੈ, ਇਹਦੇ ਤਨ ਵਿੱਚ ਕੋਈ ਵੱਡਾ ਭਯੰਕਰ ਰੋਗ ਹੈ। ਅੰਗ ਸਰੋਗ ਕਟੇ ਸੁਖ ਹੋਈ। ਹਾਂ, ਕੋਈ ਇਹਦਾ ਅੰਗ ਕੱਟੋ, ਜਿਹੜਾ ਇਹਨੂੰ ਰੋਗੀ ਕੀਤਾ ਹੈ ਉਹ ਅੰਗ ਤੁਸੀਂ ਕੱਟ ਦਿਓ, ਫਿਰ ਹੋ ਸਕਦਾ ਹੈ ਉਸ ਦਾ ਇਹਦਾ ਕੋਈ ਇਲਾਜ ਹੋ ਜਾਏ, ਇਹਦਾ ਕੋਈ ਅੰਗ ਭੰਗ ਕਰ ਦਿਓ। ਹਨੋ ਜਾਏ ਅਚਰਜ ਨੈ ਕੋਈ। ਜਾ ਕੇ ਖਤਮ ਕਰ ਦਿਓ, ਮੈਨੂੰ ਕੋਈ ਵੀ ਹੈਰਾਨੀ ਨਹੀਂ ਹੋਵੇਗੀ। ਮਮ ਭਰਾਤਾ ਕੋ ਮਾਰਨ ਹਾਰੂ। ਜਿਨੇ ਮੇਰੇ ਭਰਾਤਾ ਨੂੰ ਮਾਰਿਆ ਹੈ, ਤੈ ਕੋ ਇਹ ਉਪਾਸਨ ਕਾਰੂ। ਉਹਦਾ ਇਹ ਵੱਡਾ ਉਪਾਸ਼ਕ ਬਣਿਆ ਹੋਇਆ ਹੈ। ਨਿਜ ਪਰਿਵਾਰ ਸਰਬ ਕੋ ਤਿਆਗੀ। ਇਹਨੇ ਸਾਰੇ ਪਰਿਵਾਰ ਨੂੰ ਆਪਣੇ ਨਾਲੋਂ ਭਾਵ ਛੱਡ ਦਿੱਤਾ ਹੈ। ਭਇਓ ਵਿਸ਼ਨ ਚਰਨਨ ਅਨੁਰਾਗੀ। ਔਰ ਵਿਸ਼ਨੂੰ ਦੇ ਚਰਨਾਂ ਦਾ ਇਹ ਪ੍ਰੇਮੀ ਬਣਿਆ ਬੈਠਾ ਹੈ। ਤੁਸੀਂ ਇਹਨੂੰ ਮੇਰੇ ਵੱਲੋਂ ਹੁਣੇ ਖਤਮ ਕਰ ਦਿਓ। ਜੋ ਨਿਜ ਸੁਤ ਪਰ ਹਿਤ ਕੋ ਚਾਈ। ਜੋ ਨਿਜ ਸੁਤ, ਜਿਹੜਾ ਆਪਣਾ ਨਿਜ ਪੁੱਤਰ ਪਰਾਏ ਦੇ ਸੁਖ ਨੂੰ ਚਾਹੁੰਦਾ ਹੋਵੇ, ਸੋ ਰਿਪ ਸਮ ਲਖੀਏ ਮਨ ਮਾਈ। ਉਹ ਤਾਂ ਮੈਨੂੰ ਦੁਸ਼ਮਣ ਵਾਂਗੂ ਜਾਪਦਾ ਹੈ। ਮੇਰੇ ਵਾਸਤੇ ਮੇਰਾ ਤੇ ਸਭ ਤੋਂ ਵੱਡਾ ਦੁਸ਼ਮਣ ਹੀ ਅੱਜ ਮੈਨੂੰ ਆਪਣਾ ਪੁੱਤਰ ਜਾਪਦਾ ਹੈ। ਹਰਨਾਕਸ਼ ਨੇ ਅੱਜ ਇਹ ਕਹਿ ਦਿੱਤਾ, ਜੋ ਪਰ ਸੁਤੇ ਆਪਣੋ ਹਿਤਕਾਰੀ। ਜੇ ਕੋਈ ਬਗਾਨਾ ਪੁੱਤਰ ਵੀ ਹੋਵੇ ਤੇ ਆਪਣਾ ਸੁਖ ਚਾਹੁੰਦਾ ਹੋਵੇ, ਪੁੱਤਰ ਸਮਾਨ ਦਿਜੈ ਸੁਖ ਪਾਰੀ। ਉਹ ਤਾਂ ਫਿਰ ਉਹਨੂੰ ਪੁੱਤਰ ਸਮਾਨ, ਉਹਨੂੰ ਸਨਮਾਨ ਵੀ ਦੇਣਾ ਚਾਹੀਦਾ ਹੈ ਜੋ ਆਪਣਾ ਸੁਖ ਚਾਹੁੰਦਾ ਹੋਵੇ। ਮੇਰਾ ਸੁਖ ਭਾਵੇਂ ਉਹ ਬਗਾਨਾ ਹੀ ਕਿਉਂ ਨਾ ਹੋਵੇ, ਤੇ ਜੇ ਮੇਰਾ ਆਪਣਾ ਹੈ, ਮੇਰਾ ਭਲਾ ਨਹੀਂ ਚਾਹੁੰਦਾ, ਫਿਰ ਉਹ ਮੇਰਾ ਕੁਝ ਨਹੀਂ ਲੱਗਦਾ। ਇਸ ਪ੍ਰਕਾਰ ਸਮਝੋ ਮਨ ਮਾਈ। ਇਸ ਪ੍ਰਕਾਰ ਤੁਸੀਂ ਇਸ ਗੱਲ ਨੂੰ ਸਮਝੋ। ਮਾਰੋ ਬੇਗ ਪੁੱਤਰ ਮਮ ਨਾਈ। ਇਹਨੂੰ ਛੇਤੀ ਤੁਸੀਂ ਮਾਰ ਦਿਓ, ਹੁਣ ਦੇਰ ਨਹੀਂ ਲਾਉਣੀ, ਇਹ ਮੇਰਾ ਪੁੱਤਰ ਹੈ ਹੀ ਨਹੀਂ।
ਮੈਂ ਨਹੀਂ ਤੁਹਾਨੂੰ ਰੋਕਾਂਗਾ। ਸੁਨੀ ਸੇਵਕਨ ਗਿਰਾ ਕਠੋਰਾ। ਬਸ ਸੁਣਦਿਆਂ ਸਾਰ, ਬਸ ਉਹਨਾਂ ਨੇ ਹੁਕਮ ਪਾਉਂਦਿਆਂ ਸਾਰ, ਦਾਨਵ ਉਠੇ ਭਿਆਨਕ ਘੋਰਾ। ਬੜੇ ਕਹਿੰਦੇ ਜਿਹੜੇ ਭਿਆਨਕ ਉਹਦੇ ਕੋਲ ਦੈਂਤ ਉਹਦੇ ਨਾਲ ਸਨ, ਇੱਕੋ ਦਮ ਉੱਥੋਂ ਉੱਠੇ ਹਨ। ਦੀਰਘ ਦਾਂਤ ਤ੍ਰਿਸੂਲੇ ਹਾਥਾ। ਵੱਡੇ ਵੱਡੇ ਦੰਦਾਂ ਵਾਲੇ ਹੱਥਾਂ ਵਿੱਚ ਉਹਨਾਂ ਨੇ ਬੜੇ ਤਿੱਖੇ ਤਰਸ਼ੂਲ ਫੜੇ। ਤਾਂਬਰਨ ਬਰਨ ਬਿਥੁਰੇ ਕੱਚ ਮਾਥਾ। ਤਾਂਬਰ ਰੰਗ ਵਾਲੇ ਇੱਕੋ ਦਮ ਉੱਠ ਕੇ ਮੇਰੇ ਸਾਹਮਣੇ ਆਏ। ਤਰੋ ਤਰੋ ਮਾਰੋ ਕਹਿ ਡਾਂਟੇ। ਇੱਕੋ ਦਮ ਕਹਿਣ ਲੱਗੇ ਹੁਣੇ ਇਹਨੂੰ ਮਾਰੋ, ਧਰੋ ਧਰੋ। ਇੱਕੋ ਦਮ ਉਹੀ ਇਹ ਆਵਾਜ਼ ਆਈ, ਬੇਗ ਸਰੀਰ ਦਿਓ ਇਸ ਕਾਟੇ। ਇਹਨੂੰ ਛੇਤੀ ਇਹਦੇ ਸਰੀਰ ਨੂੰ ਤੁਸੀਂ ਕੀਮਾ ਕੀਮਾ ਕਰ ਦਿਓ, ਇਹਨੂੰ ਕੱਟ ਦਿਓ। ਇੱਕ ਬਾਰ ਸ਼ਸਤਰ ਸਭ ਡਾਰੇ। ਇੱਕੋ ਵਾਰ ਹੀ ਕਈ ਪਾਸਿਆਂ ਤੋਂ ਭਗਤ ਪ੍ਰਹਿਲਾਦ ਜੀ ਲੱਗੇ ਕਹਿਣ ਮੇਰੇ ਉੱਪਰ ਵਾਰ ਹੋ ਗਿਆ। ਖੜਗ ਸ਼ਕਤ ਤਿਰਸੂਲੇ ਮਾਰੇ। ਕਿਸੇ ਦੇ ਹੱਥ ਤਰਸ਼ੂਲ, ਕਿਸੇ ਦੇ ਹੱਥ ਦੇ ਅੰਦਰ ਕਿਰਪਾਨ, ਕਿਸੇ ਦੇ ਹੱਥ ਵਿੱਚ ਕੁਛ, ਸਾਰੇ ਇੱਕੋ ਦਮ ਮਾਰਨ ਲੱਗੇ। ਵਿਫਲ ਪ੍ਰਯਾਸ ਤਿਨੇ ਪ੍ਰਭ ਖੋਆ। ਕਹਿੰਦੇ ਉਹ ਮਾਰ ਰਹੇ ਨੇ ਪਰ ਤਨ ਦੇ ਉੱਪਰ ਕੋਈ ਚੋਟ ਲੱਗ ਹੀ ਨਹੀਂ ਰਹੀ। ਮਾਰ ਰਹੇ ਨੇ ਪਰ ਉਹਨਾਂ ਦਾ ਕੋਈ ਵੀ ਵਾਰ ਮੇਰੇ ਸਰੀਰ ਦੇ ਉੱਪਰ, ਸਾਰੇ ਵਾਰ ਹੀ ਉਹਨਾਂ ਦੇ ਖਾਲੀ ਪਏ ਜਾ ਰਹੇ ਨੇ, ਮਾਰਨ ਦੀ ਕੋਸ਼ਿਸ਼ ਪਏ ਕਰ ਰਹੇ ਹਨ। ਲੱਗੇ ਹਨ ਸਾਰੇ, ਕਹਿੰਦੇ ਮਾਰੋ ਮਾਰੋ ਇੱਕੋ ਦਮ ਇਹ ਆਵਾਜ਼ਾਂ ਨਾਲ। ਰੋਮ ਨਾਇਕੇ ਬਾਂਕੋ ਹੋਆ। ਜਿਹੜੀ ਰੱਖਿਆ ਜਿਸ ਸਾਹਿਬ ਨੇ ਕੀਤੀ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ। ਕਹਿੰਦੇ ਮਾਰੋ ਮਾਰੋ, ਪਰ ਕਹਿੰਦੇ ਮੇਰਾ ਵਾਲ ਵੀ ਵਿੰਗਾ ਨਾ ਹੋਇਆ। ਏਕ ਓੰਕਾਰ ਬੇਮੁਖ ਨਰ ਜੋ। ਕਹਿੰਦੇ ਜਿਹੜੇ ਇੱਕ ਓੰਕਾਰ ਸਾਹਿਬ ਦੇ ਘਰ ਤੋਂ ਬੇਮੁਖ ਹੋਣ, ਜਿਉ ਤੈ ਕਿਰਿਆ ਵਿਫਲ ਹੋਏ ਸੋ। ਉਹਨਾਂ ਦੀ ਕਿਰਿਆ ਸਾਰੀ ਇਹ ਵਿਫਲ ਹੋ ਗਈ। ਦੈਂਤ ਰਾਜ ਨਿਜ ਨੈਣਨ ਦੇਖਾ। ਨਿਜ ਰਾਜ ਆਪਣੀਆਂ ਅੱਖਾਂ ਦੇ ਨਾਲ ਉਹ ਬੈਠਾ ਹੋਇਆ ਵੇਖ ਰਿਹਾ ਹੈ ਕਿ ਬਣ ਕੀ ਰਿਹਾ ਹੈ, ਕਿਉਂਕਿ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਸਾਧ ਸੰਗਤ ਜੀ ਉਹ ਡਾਢਾ ਹੈ। ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ। ਤਿਸ ਨੋ ਮਾਰ ਨ ਸਕੈ ਕੋਏ, ਤਿਸ ਨੋ ਮਾਰ ਨ ਸਕੈ ਕੋਏ, ਤਿਸ ਨੋ ਮਾਰ ਨ ਸਕੈ ਕੋਏ, ਤਿਸ ਨੂੰ ਮਾਰ ਨ ਸਕੈ ਕੋਏ। ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ। ਤਿਸ ਨੋ ਮਾਰ ਨ ਸਕੈ ਕੋਏ, ਤਿਸ ਨੋ ਮਾਰ ਨ ਸਕੈ ਕੋਏ, ਤਿਸ ਨੂੰ ਮਾਰ ਨ ਸਕੈ ਕੋਏ, ਤਿਸ ਨੂੰ ਮਾਰ ਨ ਸਕੈ ਕੋਏ। ਭਗਤ ਪ੍ਰਹਿਲਾਦ ਜੀਆਂ ਨੂੰ ਮਾਰਨ ਲੱਗੇ, ਕੋਦਾ ਮਾਰਨ ਲੱਗੇ। ਸਾਵੇਂ ਕਹਿੰਦੇ ਦਿਜਰਾਜ ਹਰਨਾਕਸ਼ ਇਹ ਸਾਰਾ ਵੇਖ ਪੀ ਰਿਹਾ ਹੈ। ਸ਼ੰਕਤ ਪਾ ਮਨ ਮਾਈ ਵਿਸ਼ੇਖਾ। ਬੜੇ ਉਹ ਆਪਣੇ ਹਿਰਦੇ ਅੰਦਰ ਸ਼ੰਕਿਆ ਸਹਿਤ ਬੜੇ ਹੈਰਾਨ ਹੋ ਕੇ ਵੇਖਣ ਲੱਗੇ। ਬੋਲਿਓ ਬਚਨ ਮਰਤ ਨੇ ਐਸੇ। ਜੇ ਏਦਾਂ ਨਹੀਂ ਇਹ ਮਰ ਰਿਹਾ, ਇਹਨਾਂ ਸ਼ਸਤਰਾਂ ਨਾਲ ਜੀ ਨਹੀਂ ਮਰਦਾ। ਔਰ ਉਪਾਵ ਕਰੋ ਕਹਿ ਜੈਸੇ। ਹੋਰ ਕੋਈ ਢੰਗ ਤਰੀਕਾ ਅਪਣਾ ਲਓ, ਜੇ ਇਸ ਢੰਗ ਨਾਲ ਇਹਦੀ ਮੌਤ ਨਹੀਂ ਹੁੰਦੀ ਕੋਈ ਹੋਰ ਤਰੀਕਾ ਵੇਖ ਲਵੋ। ਗਜ ਆਗੇ ਗਏ ਇਹ ਚਿਰਾਵੋ। ਇਹਨੂੰ ਹਾਥੀ ਅੱਗੇ ਤੁਸੀਂ ਸੁੱਟ ਦਿਓ। ਭਗਤ ਪ੍ਰਹਿਲਾਦ ਜੀ ਨੂੰ ਕਹਿੰਦੇ ਇਹਨੂੰ ਹਾਥੀ ਅੱਗੇ ਸੁੱਟ ਦਿਓ। ਸਰਪਨ ਤੇ ਸਭ ਅੰਗ ਡਸਾਵੋ। ਔਰ ਜੇ ਹਾਥੀ ਅੱਗੇ ਵੀ ਬਚ ਗਿਆ ਤੇ ਇਹਨੂੰ ਤੁਸੀਂ
ਭਿਆਨਕ ਜਿਹੜੇ ਬੜੇ ਜ਼ਹਿਰੀਲੇ ਸੱਪ ਹਨ, ਵੱਡੇ ਵੱਡੇ ਨਾਗਾਂ ਸਾਵੇਂ ਤੁਸੀਂ ਸੁੱਟ ਦਿਓ, ਉਹਨਾਂ ਤੋਂ ਉਹਨੂੰ ਡੰਗ ਮਰਾ ਕੇ ਖਤਮ ਕਰ ਦਿਓ। ਜੇਕਰ ਤੈਂ ਤੇ ਹੋਏ ਉਬਾਰਾ, ਜੇ ਕਿਤੇ ਉਥੋਂ ਵੀ ਇਹ ਬਚ ਗਿਆ, ਮਾਰੋ ਬਿਖ ਦੇ ਵਿੱਚ ਆਹਾਰਾ, ਤੇ ਫਿਰ ਰੋਟੀ ਵਿੱਚ ਤੁਸੀਂ ਜ਼ਹਿਰ ਦੇ ਕੇ ਤੁਸੀਂ ਇਹਨੂੰ ਖਤਮ ਕਰ ਦਿਓ। ਛੱਡਣਾ ਕੋਈ ਨਹੀਂ, ਕੋਈ ਢੰਗ ਤਰੀਕਾ ਹੋਵੇ ਤੁਸੀਂ ਇਹਨੂੰ ਜ਼ਰੂਰ ਮਾਰਨਾ ਹੈ। ਸੁਨ ਕਰ ਕੀਨੇ ਸਰਬੇ ਉਪਾਈ, ਸੁਣਦਿਆਂ ਸਾਰ ਕਹਿੰਦੇ ਭਗਤ ਪ੍ਰਹਿਲਾਦ ਜੀ ਕਹਿੰਦੇ ਦੱਸੋ ਮੇਰੇ ਤੇ ਉਹਨਾਂ ਕਿਹੜਾ ਢੰਗ ਤਰੀਕਾ ਨਹੀਂ ਅਪਣਾਇਆ। ਸਾਰੇ ਢੰਗ ਤਰੀਕੇ ਅਪਣਾਏ। ਗੱਜ ਇਹ ਬਿਖ ਤੇ ਦੁੱਖ ਨਹਿਰਾਈ, ਕਹਿੰਦੇ ਹਾਥੀ ਕੋਲੋਂ, ਜ਼ਹਿਰ ਕੋਲੋਂ, ਸਾਰੇ ਢੰਗ ਤਰੀਕੇ ਉਹਨਾਂ ਨੇ ਜ਼ਹਿਰ ਦੇ ਕੇ ਵੀ ਵੇਖ ਲਿਆ, ਹਾਥੀ ਸਾਵੇਂ ਸੁੱਟ ਕੇ ਵੀ ਵੇਖ ਲਿਆ, ਪਰ ਮੈਨੂੰ ਰੰਚਕ ਮਾਤਰ ਵੀ ਮਾਲਕ ਜੀਆਂ ਨੇ ਮੇਰਾ ਵਾਲ ਵਿੰਗਾ ਵੀ ਨਹੀਂ ਹੋਣ ਦਿੱਤਾ। ਭਾਵ ਮੈਨੂੰ ਕੋਈ ਵੀ ਰੰਚਕ ਮਾਤਰ ਦੁੱਖ ਵੀ ਨਹੀਂ ਆਇਆ। ਸ਼੍ਰੀ ਕਰਤਾਰ ਪਇਓ ਰਖਵਾਰਾ, ਉਹ ਪਰਿਪੂਰਨ ਪਰਮਾਤਮਾ ਆਪ ਮੇਰਾ ਰਾਖਾ ਹੋਇਆ। ਉਹ ਪਰਿਪੂਰਨ ਪਰਮਾਤਮਾ ਆਪ ਮੇਰਾ ਸਹਾਈ ਹੋਇਆ। ਕਹੋ ਕੌਣ ਤੈ ਸਕੇ ਜੋ ਮਾਰਾ, ਦੱਸੋ ਭਾਈ ਫਿਰ ਕੌਣ ਹੈ ਜਿਹੜਾ ਫਿਰ ਉਸ ਭਗਤ ਦੀ ਕੋਈ ਵਿਰੋਧਤਾ ਕਰਕੇ ਉਹਨੂੰ ਖਤਮ ਕਰ ਦਵੇ, ਜਿਹਦਾ ਰਾਖਾ ਮਾਲਕ ਜੀ ਆਪ ਸਹਾਈ ਹੋ ਜਾਣ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਹਦੇ ਵੱਲ ਉਹ ਮਾਲਕ ਜੀ ਹੋ ਜਾਣ ਫਿਰ ਭਾਈ ਉਹ ਕਦੇ ਵੀ ਜੀਵਨ ਵਿੱਚ ਪਾਵੋ ਨਹੀਂ ਹਾਰਦਾ, ਉਹਨੂੰ ਕੋਈ ਨਹੀਂ ਮਾਰ ਸਕਦਾ। ਬੋਰੋ ਦੇ ਬੰਦ ਕਰ ਮੇਰਾ, ਫਿਰ ਭਾਈ ਉਹਨਾਂ ਨੇ ਭਗਤ ਜੀ ਕਹਿਣ ਲੱਗੇ ਫਿਰ ਆ ਵੀ ਢੰਗ ਤਰੀਕਾ ਵੇਖ ਲਿਆ, ਫਿਰ ਮੇਰੀ ਦੇਹੀ ਬੰਨ ਕਰਕੇ ਅਤ ਉਤੰਗ ਗਿਰ ਤੇ ਗਹਿ ਗੇਰਾ, ਕਹਿੰਦੇ ਫਿਰ ਉੱਚੇ ਪਹਾੜ ਤੇ ਮੈਨੂੰ ਲੈ ਗਏ ਬੰਨ ਕਰਕੇ। ਮਹਾਰਾਜ ਜੀ ਕਹਿੰਦੇ ਗੇਰ ਤਾਰ ਜਾਲ ਜੁਆਲਾ ਭੈ ਰਾਖਿਓ। ਗਿਰ ਕਹਿੰਦੇ ਨੇ ਪਹਾੜ ਨੂੰ, ਤਾਰ ਜੁਆਲਾ ਭੈ ਰਾਖਿਓ, ਕੀ ਰੁੱਖਾਂ ਤੋਂ ਕੀ ਅੱਗ ਤੋਂ ਰਾਜਾ ਰਾਮ ਮਾਇਆ ਫੇਰੀ। ਪ੍ਰਮਾਤਮਾ ਨੇ ਆਪਣੀ ਮਾਇਆ ਦਾ ਸੁਭਾਅ ਹੀ ਉਲਟ ਕਰ ਦਿੱਤਾ। ਰੱਬ ਨੇ ਆਪਣੀ ਕੁਦਰਤ ਦਾ ਹੀ ਸੁਭਾਅ ਉਲਟ ਕਰ ਦਿੱਤਾ। ਕਿਉਂ? ਕਿਉਂਕਿ ਗੱਲ ਭਗਤਾਂ ਦੀ ਆਈ ਹੈ। ਆਤੋ ਤੰਗ ਗਿਰ ਤੇ ਗਹਿ ਗੇਰਾ, ਉਥੋਂ ਪਕੜ ਕੇ ਹੇਠਾਂ ਸੁੱਟਿਆ। ਬਹੁਤ ਬਾਰਲੇ ਬਾਰ ਡੁਬੋਇਓ, ਫਿਰ ਕਹਿੰਦੇ ਲੈ ਆਏ ਮੈਨੂੰ ਪਾਣੀ ਅੰਦਰ, ਫਿਰ ਨਦੀ ਵਿੱਚ ਬੰਨ ਬੰਨ ਕੇ ਕਈ ਵਾਰ ਉਹਨਾਂ ਨੇ ਮੈਨੂੰ ਪੱਥਰ ਬੰਨ ਬੰਨ ਕਰਕੇ ਵੀ ਸੁੱਟ ਕੇ ਵੇਖ ਲਿਆ। ਕਰ ਪ੍ਰਚੰਡ ਪਾਵਕ ਮੈਂ ਪਾਇਓ, ਅੱਗ ਦੇ ਵਿੱਚ ਵੀ ਸੁੱਟ ਕੇ ਮੈਨੂੰ ਵੇਖ ਲਿਆ ਉਹਨਾਂ ਨੇ। ਕਿਤਕ ਦਿਵਸ ਨੇ ਦਿਓ ਆਹਾਰੋ, ਕਹਿੰਦੇ ਕਈ ਰੋਜ਼ ਉਹਨਾਂ ਨੇ ਮੈਨੂੰ ਭੋਜਨ ਪ੍ਰਸ਼ਾਦ ਵੀ ਛਕਣ ਵਾਸਤੇ ਨਹੀਂ ਦਿੱਤਾ। ਮਾਰਨ ਚੈਤੇ ਅਨੇਕ ਪ੍ਰਕਾਰੋ, ਬਸ ਉਹ ਖਤਮ ਕਰਨਾ ਚਾਹੁੰਦੇ ਨੇ। ਕਹਿੰਦੇ ਨੂੰ ਭੁੱਖਾ ਰੱਖੋ, ਇਸੇ ਤਰ੍ਹਾਂ ਮਰ ਜਾਏਗਾ, ਕੋਈ ਇਹਦੇ ਕੋਲ ਆਹਾਰ ਨਹੀਂ ਲੈ ਕੇ ਜਾਣਾ। ਅਨੇਕਾਂ ਪ੍ਰਕਾਰ ਨਾਲ ਮੈਨੂੰ ਮਾਰਨਾ ਚਾਹਿਆ। ਸਭ ਉਪਾਏ ਪੇ ਬਾਦ ਤਿਨੂ ਕੇ, ਸਾਰੇ ਉਹਨਾਂ ਦੇ ਤਰੀਕੇ ਸਾਰੇ ਹੀ ਨਿਸ਼ਫਲ ਹੋ ਗਏ। ਮਨ ਚਿੰਤਾ ਪੀ ਅਧਿਕ ਜਿਨੂ ਕੇ, ਇਹਨਾਂ ਦੇ ਹਿਰਦੇ ਅੰਦਰ ਬੜੀ ਚਿੰਤਾ ਇਸ ਗੱਲ ਦੀ ਵੀ ਕੀ ਗੱਲ ਕੀ ਹੋਈ, ਅਜੇ ਤੱਕ ਮਰਦਾ ਕਿਉਂ ਨਹੀਂ। ਦੋਹਰਾ ਹਰਨਾ ਕਸ਼ਪ ਅਵਲੋਕ ਕੈ, ਚਿੰਤਾ ਜਗੀ ਬਿਸਾਲ। ਹਰ ਨਾਖਸ਼ ਇਹ ਸਾਰਾ ਕੁਝ ਵੇਖ ਕਰਕੇ ਉਹਦੇ ਹਿਰਦੇ ਅੰਦਰ ਬੜੀ ਭਾਰੀ ਚਿੰਤਾ ਜਾਗ ਪਈ ਵੀ ਇਹ ਕੈਸੀ ਬਲਾ ਹੈ। ਕੋਈ ਵੀ ਇਹਦੇ ਉੱਪਰ ਢੰਗ ਤਰੀਕਾ ਨਾ ਸਮਝਦਾ ਹੈ ਨਾ ਮਰਦਾ ਹੈ। ਕਿਹੜੇ ਐਸੇ ਤਰੀਕੇ ਨਾਲ ਮੈਨੂੰ ਖਤਮ ਕਰ ਸਕਦਾ ਹਾਂ, ਇਹ ਨਹੀਂ ਪਤਾ। ਜਿਸ ਸਾਹਿਬ ਦੇ ਘਰੋਂ ਤੂੰ ਵਰ ਪ੍ਰਾਪਤ ਕੀਤਾ ਹੈ, ਉਸੇ ਸਾਹਿਬ ਨੇ ਥਾਪੜਾ ਇਹਨੂੰ ਵੀ ਦਿੱਤਾ ਹੈ। ਜੇ ਸਾਹਿਬ ਦੇ ਘਰੋਂ ਵਰ ਤੂੰ ਪ੍ਰਾਪਤ ਕੀਤਾ ਹੈ, ਅੱਜ ਉਹਦਾ ਹੀ ਰੂਪ ਸੰਸਾਰ ਤੇ ਫਿਰ ਆਇਆ ਹੈ। ਸਤਿ ਸ੍ਰੀ ਅਕਾਲ। ਹਰ ਨਾਖਸ਼ ਦੇ ਚਿੱਤ ਵਿੱਚ ਵੇਖ ਕਰਕੇ ਬੜੀ ਚਿੰਤਾ ਲੱਗੀ। ਸਭ ਉਦਮ ਨਿਸ਼ਫਲ ਗਏ, ਮਾਰਿਓ ਮਰਤ ਨਾ ਬਾਲ। ਮੇਰੇ ਸਾਰੇ ਹੀ ਉਦਮ ਖਾਲੀ ਚਲੇ ਗਏ, ਮਾਰਿਆਂ ਵੀ ਇਹ ਬਾਲ ਮਰ ਨਹੀਂ ਰਿਹਾ। ਹੁਣ ਮੈਂ ਕੀ ਕਰਾਂ। ਹਰਨਾਕਸ਼ ਐਸੀ ਬਾਤ
ਚਿੱਤ ਵਿੱਚ ਸਾਧ ਸੰਗਤ ਜਿਉ ਵਿਚਾਰਨ ਲੱਗਾ। ਜੋ ਪਈ ਮੈਂ ਭਿਆਨਕ ਕਟ ਬਚਨ ਉਚਾਰੇ। ਫਿਰ ਭਗਤ ਜੀ ਕਹਿੰਦੇ ਮੈਂ ਵੀ ਗੁੱਸੇ ਅੰਦਰ ਉਹਨਾਂ ਨੂੰ ਇਹ ਬਚਨ ਸੁਣਾ ਦਿੱਤੇ। ਸੁਨ ਕਰ ਇਹ ਉਰ ਹਰ ਕੇ ਅਪਾਰੇ। ਉਹਨਾਂ ਬੋਲਾਂ ਨੂੰ ਸੁਣ ਕੇ ਇਹ ਹੋਰ ਵੀ ਫਿਰ ਗੁੱਸੇ ਹੋਏ। ਅਮਿਤ ਪ੍ਰਭਾਵ ਤੇਜ ਨੈ ਥੋਰਾ। ਔਰ ਮੇਰਾ ਵੀ ਪ੍ਰਭਾਵ ਉਸ ਵਕਤ ਘਟ ਨਹੀਂ ਸੀ। ਨਿਸ਼ਚੇ ਆਏ ਸ਼ਤਰੂ ਏ ਮੋਰਾ। ਉਹਨਾਂ ਦੇ ਹਿਰਦੇ ਅੰਦਰ ਹੁਣ ਫਿਰ ਇਹ ਗੱਲ ਹੋਰ ਪੱਕੀ ਹੋ ਗਈ। ਉਹ ਕਹਿਣ ਲੱਗਾ ਇਹ ਤਾਂ ਨਿਸ਼ਚਿਤ ਹੈ ਵੀ ਇਹ ਮੇਰਾ ਪੁੱਤਰ ਨਹੀਂ, ਇਹ ਤਾਂ ਮੇਰਾ ਦੁਸ਼ਮਣ ਹੈ। ਨਿਸ਼ਚਿਤ ਹੈ, ਉਹਨੇ ਨਿਸ਼ਚਾ ਇਹ ਕਰ ਲਿਆ। ਇਹ ਸੰਗ ਬਦਿਓ ਵਿਸਾਲ ਵਿਰੋਧਾ। ਉਹਨਾਂ ਨਾਲ ਕਹਿੰਦੇ ਜੀ ਇਸੇ ਤਰ੍ਹਾਂ ਹੋਰ ਵੀ ਜਿਹੜਾ ਵਿਰੋਧ ਸੀ ਉਸੇ ਤਰ੍ਹਾਂ ਵੱਧਦਾ ਗਿਆ। ਮਰਣੋ ਹੋਏ ਹੋਤ ਉਰ ਬੇਦਾ। ਕਹਿੰਦੇ ਇਹ ਮਰ ਵੀ ਨਹੀਂ ਰਿਹਾ, ਇਉਂ ਦਿਲ ਨੂੰ ਜਾਪਦਾ ਹੈ ਕਿ ਹੁਣ ਮੇਰੀ ਮੌਤ ਆਈ ਹੈ। ਹਰਨਾਕਸ਼ ਇੰਨੀ ਗੱਲ ਸੋਚਣ ਲੱਗਾ ਕਿ ਜਾਪਦਾ ਹੈ ਕਿ ਇਹ ਮੈਨੂੰ ਕੋਈ ਖਤਮ ਕਰਨ ਵਾਲਾ ਆਇਆ ਹੈ। ਇਸ ਪ੍ਰਕਾਰ ਚਿੰਤਾ ਮੈਂ ਦੀਨਾ। ਇਸ ਪ੍ਰਕਾਰ ਉਹ ਚਿੰਤਾ ਵਿੱਚ ਹੋ ਗਿਆ। ਸ਼੍ਰੀ ਹੱਥ ਹੋਇਓ ਬਚਨ ਮਲੀਨ ਬਦਨ ਮਲੀਨਾ। ਕਹਿੰਦੇ ਇਸ ਤਰੀਕੇ ਨਾਲ ਉਹ ਸ਼ੋਭਾਹੀਨ ਹਰਨਾਕਸ਼ ਹੋਰ ਵੀ ਸ਼ੋਭਾਹੀਨ, ਉਹਦਾ ਮੂੰਹ ਮੈਲਾ ਹੋ ਗਿਆ। ਸੰਡਾ ਮਰਕਾ ਲਖ ਗਤ ਤਾਸੋ। ਜਿਹੜੇ ਮੇਰੇ ਉਸਤਾਦ ਸਨ ਉਹਨਾਂ ਨੇ ਹਾਲਤ ਵੇਖ ਲਈ, ਹਰਨਾਕਸ਼ ਦੇ ਪਿਤਾ ਦੀ ਹਾਲਤ ਵੇਖ ਲਈ ਵੀ ਇਹ ਤਾਂ ਬੜਾ ਗੁੱਸੇ ਦੇ ਅੰਦਰ ਆਪਾ ਭਾਵਕ ਹੋਈ ਬੈਠਾ ਹੈ। ਕਹਿੰਦੇ ਉਹਨਾਂ ਨੇ ਪਿਤਾ ਦੀ ਹਾਲਤ ਵੇਖ ਕੇ ਲੈ ਕਰ ਗਏ ਇਕਾਂਤ ਆਵਾਸੋ। ਮੈਨੂੰ ਕਹਿੰਦੇ ਇਕਾਂਤ ਵਿੱਚ ਇੱਕ ਪਾਸੇ ਲੈ ਗਏ। ਸਮਝਾਵਾ ਕਹਿ ਮధుਰੀ ਬਾਣੀ। ਕਹਿੰਦੇ ਫਿਰ ਇੱਕ ਪਾਸੇ ਮੈਨੂੰ ਕਰਕੇ ਇੱਕ ਪਾਸੇ ਪਿਤਾ ਨੂੰ ਸਾਈਡ ਤੇ ਕਰਕੇ ਦੂਰ ਲਿਜਾ ਕੇ ਕਹਿਣ ਲੱਗੇ, ਸੁਨ ਚਿਤੇਸ਼ ਕਸ ਚਿੰਤਾ ਠਾਨੀ। ਹੇ ਧਰਤੀ ਦੇ ਮਾਲਕ ਹਰਨਾਕਸ਼, ਹੁਣ ਜਿਹੜੇ ਉਸਤਾਦ ਸਨ ਉਹਨੂੰ ਲੱਗੇ ਕਹਿਣ ਹਰਨਾਕਸ਼ ਨੂੰ, ਹੇ ਚਿਤੇਸ਼ ਧਰਤੀ ਦੇ ਪਾਲਕ ਧਰਤੀ ਦੇ ਮਾਲਕ ਸੁਣੋ ਤੁਸੀਂ ਗੱਲ। ਤਬ ਬਿਲੋਕ ਕੈ ਪ੍ਰਿਕੁਟੀ ਬਾਂਕੀ। ਕਹਿੰਦੇ ਤੂੰ ਜਦੋਂ ਗੁੱਸੇ ਨਾਲ ਜਹੇ ਰਾਜਨ, ਜਦੋਂ ਤੁਸੀਂ ਗੁੱਸੇ ਦੇ ਨਾਲ ਆਪਣੀਆਂ ਭਾਵਾਂ ਟੇਢੀਆਂ ਕਰਕੇ ਕਿਸੇ ਵੱਲ ਵੇਖੋ, ਤਿੰਨਾਂ ਲੋਕਾਂ ਵੱਲ, ਤ੍ਰੈ ਲੋਕਨ ਸੁਧ ਰਹੇ ਨਾ ਕਾਂਕੀ। ਉਹਨਾਂ ਨੂੰ ਤੁਹਾਡਾ ਪ੍ਰਕੋਪ ਵੇਖ ਕੇ ਤਿੰਨਾਂ ਲੋਕਾਂ ਦੇ ਅੰਦਰ ਕਿਸੇ ਨੂੰ ਸੁੱਧ ਨਹੀਂ ਰਹਿੰਦੀ, ਐਸਾ ਤੁਹਾਡਾ ਤੇਜ ਪ੍ਰਤਾਪ ਵੇਖ ਕਰਕੇ, ਇਨਾ ਤੁਹਾਡਾ ਭਾਵ ਰੂਪ ਵੇਖ ਕਰਕੇ। ਸਿਸਕੀ ਕੇ ਤਕ ਬਾਤ ਜੋ ਦੀਨਾ। ਤੁਹਾਨੂੰ ਬਸ ਇਸ ਨਿੱਕੇ ਜਿਹੇ ਬਾਲਕ ਦੇ ਉੱਪਰ ਤੁਸੀਂ ਇੰਨਾ ਆਪਾ ਆਪ ਖੋਈ ਬੈਠੇ ਹੋ। ਤੁਹਾਡੇ ਤੋਂ ਤਾਂ ਤ੍ਰੈ ਲੋਕ ਡਰਦੇ ਨੇ, ਜੇ ਇੱਕ ਵਾਰ ਵੀ ਤੁਸੀਂ ਗੁੱਸੇ ਨਾਲ ਕਿਸੇ ਵੱਲ ਅੱਖਾਂ ਟੇਢੀਆਂ ਭਾਵਾਂ ਟੇਢੀਆਂ ਕਰਕੇ ਇੱਕ ਵਾਰੀ ਵੇਖ ਲਓ ਤੇ ਇਹ ਬਾਲਕ ਦੀ ਕਿੱਡੀ ਕੁ ਗੱਲ ਹੈ, ਤੁਸੀਂ ਇਹਦੇ ਤੋਂ ਹੀ ਡਰੇ ਖਲੋਤੇ ਹੋ। ਤੁਮਰੇ ਹੈ ਸਭ ਲੋਕ ਅਧੀਨਾ। ਸਾਰੇ ਤੁਹਾਡੇ ਵਸ ਦੇ ਅੰਦਰ ਹਨ। ਤਜ ਚਿੰਤਾ ਇੱਕ ਸੁਨੋ ਉਪਾਈ। ਤੁਸੀਂ ਇੱਕ ਚਿੰਤਾ, ਸਾਰੀਆਂ ਇਹ ਚਿੰਤਾਵਾਂ ਛੱਡ ਕੇ ਸਾਡਾ ਇੱਕ ਉਪਾਅ ਸੁਣੋ। ਵਰਣ ਪਾਸ ਸੋ ਬਾਂਧਿਓ ਲਿਆਈ। ਕਹਿੰਦੇ ਅਸੀਂ ਇਹਨੂੰ ਇੱਕ ਵਰਨ ਪਾਸ ਦੇ ਨਾਲ, ਜੋ ਵਰਨ ਦਾ ਇੱਕ ਬੰਨਣ ਦਾ ਅਸਤਰ ਹੈ, ਇੱਕ ਢੰਗ ਤਰੀਕੇ ਦੇ ਨਾਲ ਰੱਸਾ ਸ਼ਬਦ ਵਰਤ ਲਈ, ਇੱਕ ਢੰਗ ਤਰੀਕੇ ਨਾਲ ਜੋ ਵਰਨ ਦੇਵਤੇ ਦਾ ਇੱਕ ਅਸਤਰ ਹੈ ਬੰਨਣ ਦਾ, ਵੈਰੀ ਨੂੰ ਘੁੱਟ ਕੇ ਬੰਨਣ ਦਾ, ਉਹਨੂੰ ਨਾਗਪਾਸ਼ ਵੀ ਕਹਿੰਦੇ ਹਨ ਵਰਨ ਪਾਸ ਨੂੰ। ਕਿਉਂਕਿ ਬਾਣੀ ਦੇ ਅੰਦਰ ਵੀ ਵਚਨ ਆਉਂਦਾ ਹੈ, ਕਈ ਵਾਰ ਜਦੋਂ ਸ਼ਬਦ ਪੜ੍ਹੀਦਾ ਸੀ ਸਮਝ ਨਹੀਂ ਸੀ ਆਉਂਦੀ, ਅੱਜ ਕਥਾ ਵਾਰਤਾ ਦੇ ਅੰਦਰ ਇਹ ਵੀ ਸੋਝ ਆਈ ਕਿ ਜਿਵੇਂ ਪਾਵਨ ਬਾਣੀ ਦੇ ਬਚਨ ਹਨ ਕਿ ਬਾਲਕ ਨੂੰ ਕੋਠੇ ਵਿੱਚ ਰੱਖ ਕੇ ਬਾਹਰ ਦੀਆ ਤਾਲਾ। ਉਹ ਕਿਹੜਾ ਤਾਲਾ ਸੀ ਉਸ ਵਕਤ? ਉਸ ਵਕਤ ਜਿਹੜਾ ਤਾਲਾ ਸੀ ਸਾਧ ਸੰਗਤ ਜੀ, ਉਹ ਸੀ ਨਾਗਪਾਸ਼। ਜਿਸ ਤਾਲੇ ਦੇ ਨਾਲ, ਕਿਉਂਕਿ ਇਹ ਤਾਂ ਚਲੋ ਹੁਣ ਆਏ ਹਨ ਬਾਕੀ ਜਿਹੜੇ ਸਾਰੇ ਤਾਲੇ, ਸਮੇਂ ਦੇ ਨਾਲ ਉਹ ਤਾਲੇ ਵੀ ਚਲੋ ਆਪੋ ਆਪਣੀ ਵਾਰੀ ਦੇ ਨਾਲ ਬਦਲਦੇ ਰਹੇ, ਹੁਣ ਹੋਰ ਵੀ ਅਗਾਂ ਦੀ ਅਗਾਂ ਡਿਜੀਟਲ ਲੌਕ ਆ ਗਏ। ਜਿਸ ਉਸ ਵਕਤ ਭਗਤ ਪ੍ਰਹਿਲਾਦ ਜੀਆਂ ਨੂੰ ਜਿਹਦੇ ਤਾਲੇ ਨਾਲ ਬੰਨਣ ਦੀ ਗੱਲ ਹੋਈ, ਨਿਰਭਉ ਬਾਲਕ ਮੂਲ ਨਾ ਡਰੀ ਮੇਰੇ ਅੰਤਰ ਗੁਰ ਗੋਪਾਲਾ, ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੀ ਮੇਰਾ ਅੰਤਰ ਗੁਰ ਗੋਪਾਲਾ। ਉਹ ਤਾਲਾ ਕਿਹੜਾ ਸੀ? ਨਾਗਪਾਸ਼। ਸੰਡਾ ਮਰਕਾ ਕਹਿਣ ਲੱਗੇ ਸੁਣੋ ਤੁਸੀਂ ਸਾਡੀ ਬਾਤ,
ਅਸੀਂ ਇਹਨੂੰ ਨਾਗਪਾਸ਼ ਦੇ ਨਾਲ ਬੰਨ੍ਹ ਦਿੰਨੇ ਹਾਂ। ਸ਼ੁਕਰ ਨਿਕੇਤ ਆਏ ਹੈ ਜੋ ਲੋ। ਔਰ ਜਿਹੜੇ ਆਪਣੇ ਵੱਡੇ ਉਸਤਾਦ ਹਨ, ਇਹਨਾਂ ਦੇ ਪਿਤਾ ਜਿਹੜੇ ਵੱਡੇ ਉਸਤਾਦ ਕਹਿੰਦੇ ਜਦੋਂ ਉਹ ਘਰ ਆਉਣਗੇ ਹਮ ਰਾਖੇ ਬੰਦੇ ਏ ਤੋਲੋ। ਉਦੋਂ ਤੱਕ ਅਸੀਂ ਇਹਨੂੰ ਤਾਂ ਲਓ, ਅਸੀਂ ਉਦੋਂ ਤੱਕ ਇਹਨੂੰ ਬੰਨ੍ਹ ਕੇ ਰੱਖ ਲੈਨੇ ਹਾਂ। ਤੇਰੇ ਬਾਲਕ ਨੂੰ ਨਹੀਂ ਸਮਝਦਾ ਹੁਣ, ਅਸੀਂ ਉਦੋਂ ਤੱਕ ਇਹਨੂੰ ਬੰਨ੍ਹ ਕੇ ਰੱਖ ਲੈਨੇ ਹਾਂ। ਜਾਂ ਕੀ ਹੋਏ ਜਬ ਬੈਸ ਵਡੇਰੀ। ਔਰ ਚਲੋ ਇਹ ਵੀ ਹੈ ਵੀ ਅਜੇ ਇਹ ਛੋਟਾ ਹੈ, ਜਦੋਂ ਥੋੜੀ ਵੱਡੀ ਉਮਰ ਹੋਵੇਗੀ ਤਬ ਐਹੇ ਉਰਸ ਮਤ ਕਨੇਰੀ। ਤੇ ਹੋ ਸਕਦਾ ਇਹਨੂੰ ਥੋੜੀ ਜੀ ਸਿੱਖਿਆ ਵੀ ਆ ਜਾਏ, ਸਿਆਣਾ ਵੀ ਉਸ ਵਕਤ ਹੋ ਜਾਏਗਾ, ਵੱਡੀ ਉਮਰੇ ਹੋ ਸਕਦਾ ਖਬਰੇ ਸਮਝ ਹੀ ਜਾਏ। ਤੁਸੀਂ ਇਹਨੂੰ ਹੁਣੇ ਨਾ ਮਾਰੋ। ਜੋ ਤੁਸੀਂ ਗੁੱਸਾ ਕਰਦੇ ਹੋ, ਗੁੱਸਾ ਤੁਸੀਂ ਆਪਣਾ ਸ਼ਾਂਤ ਕਰੋ। ਕੌਣ ਕਹਿ ਰਹੇ ਨੇ? ਸੰਡਾ ਮਰਕਾ ਹਰਨਾਕਸ਼ ਨੂੰ ਕਹਿੰਦੇ ਆਪਾਂ ਇਹਨੂੰ ਬੰਨ ਲੈਨੇ ਹਾਂ। ਸ਼ੁਕਰ ਜੀ ਘਰ ਆਉਣਗੇ, ਉਹ ਸਮਝਾਉਣਗੇ ਇਹਨਾਂ ਨੂੰ, ਤੇਰੇ ਪੁੱਤਰ ਨੂੰ। ਚਲੋ ਹੋ ਸਕਦਾ ਵੱਡਾ ਹੋ ਜਾਏ, ਕਿਤੇ ਮਾਤੀ ਆ ਜਾਏ ਇਸ ਨੂੰ। ਸਿੱਖਿਆ ਦੇ ਸ਼ੁਕਰ ਪੁਨ ਆਈ। ਔਰ ਆਣ ਕੇ ਸ਼ੁਕਰ ਆਣ ਕੇ ਇਹਨੂੰ ਸਿੱਖਿਆ ਦੇ ਦੇਣਗੇ। ਰਾਜਨੀਤ ਸਭ ਲੈ ਪੜਾਈ। ਉਦੋਂ ਇਹ ਫਿਰ ਆਣ ਕੇ ਰਾਜਨੀਤਿਕ ਤੇ ਜਿਹੜੀ ਬਾਕੀ ਹੋਰ ਕੋਈ ਸਿੱਖਿਆ ਹੈ ਉਹ ਦੇਣਗੇ। ਦਿਨ ਤੇ ਸੁਨ ਕਰ ਅਸਦਨ ਜੇਸ਼ਾ। ਉਹਨਾਂ ਕੋਲੋਂ ਸਾਧ ਸੰਗਤ ਜੀ ਉਹ ਬੋਲ ਸੁਣ ਕਰਕੇ ਹਰਨਾਕਸ਼ ਕਹਿਣ ਲੱਗਾ, ਮਾਨ ਬਚਨ ਪੁਨ ਦੇਈ ਨਿਦੇਸ਼ਾ। ਉਹਨੇ ਬਚਨ ਮੰਨ ਕੇ ਤੇ ਉਹਨਾਂ ਨੂੰ ਸਲਾਹ ਦਿੱਤੀ, ਉਹਨਾਂ ਨੂੰ ਆਗਿਆ ਕਰ ਦਿੱਤੀ, ਜਿਵੇਂ ਤੁਸੀਂ ਕਹੋ ਮਾਰੋ ਨਾ, ਚਲੋ ਬਾਲਕ ਨੂੰ ਹੁਣ ਬੰਨ ਦਿਓ, ਲੈ ਜਾਵੋ ਦਿੜ ਬਾਂਧ ਪੜਾਵੋ। ਕਹਿੰਦੇ ਲੈ ਜਾਓ, ਲੈ ਕੇ ਹੁਣ ਇਹਨੂੰ ਬੰਨ ਕੇ ਤੁਸੀਂ ਪੜਾਉਣਾ ਹੈ। ਇਹਨੂੰ ਇਸ ਤਰ੍ਹਾਂ ਨਹੀਂ ਖਾਲੀ ਖੁੱਲਾ ਨਹੀਂ ਛੱਡਣਾ ਇਹਨੂੰ। ਹੁਣ ਤੁਸੀਂ ਇਹਨੂੰ ਬੰਨ ਕੇ ਪੜਾਉਣਾ ਸ਼ੁਰੂ ਕਰੋ। ਧਰਮ ਤ੍ਰਿਵਰਗੇ ਸਰਬ ਸਿਖਾਵੋ। ਇਹਨੂੰ ਧਰਮ ਅਰਥ ਕਾਮ ਆਦਿ ਨੂੰ ਸਾਰੀਆਂ ਜਿਹੜੀਆਂ ਸਿੱਖਿਆਵਾਂ ਹਨ, ਆਦਿ ਸਿੱਖਿਆਵਾਂ ਸਿਖਾਉਣੀਆਂ ਹਨ। ਸੰਡੇ ਮਰ ਕੇ ਬੰਧਨ ਕਰਕੇ। ਉਹਨਾਂ ਨੇ ਦੋਵਾਂ ਨੇ ਉਸਤਾਦਾਂ ਨੇ ਸੰਡਾ ਤਥਾ ਅਮਰਕਾ, ਉਹਨਾਂ ਨੇ ਆਣ ਬੱਚੇ ਨੂੰ ਪ੍ਰਹਿਲਾਦ ਜੀਆਂ ਨੂੰ ਭਗਤ ਜੀਆਂ ਨੂੰ ਬੰਨ ਦਿੱਤਾ। ਰਾਖਿਓ ਅੰਤਰ ਮੋਕੋ ਕਰਕੇ। ਕਹਿੰਦੇ ਫਿਰ ਮੈਨੂੰ ਆਣ ਕੇ ਘਰ ਦੇ ਅੰਦਰ ਇੱਕ ਪਾਸੇ ਮੈਨੂੰ ਡੂੰਘੇ ਘਰ ਦੇ ਅੰਦਰ ਆਣ ਕੇ ਉੱਥੇ ਬੰਨ ਦਿੱਤਾ ਹੈ। ਆਏ ਆਪਨੋ ਪਾਠ ਪੜਾਵਤ। ਆਉਂਦੇ ਨੇ ਵਾਰੀ ਵਾਰੀ ਆਪੋ ਆਪਣੀ ਵਾਰੀ ਨਾਲ ਆਣ ਕੇ ਮੈਨੂੰ ਆਪਣਾ ਪਾਠ ਪੜਾਉਂਦੇ ਹਨ, ਮੈਨੂੰ ਆਣ ਕੇ ਆਪਣੇ ਬਚਨ ਦ੍ਰਿੜ ਕਰਾਉਂਦੇ ਹਨ। ਤਿੰਨ ਕੋ ਕਹਿਓ ਨਾ ਮਨ ਮੈਂ ਭਾਵਤ। ਹੁਣ ਉਹਨਾਂ ਦੇ ਬੋਲ ਮੈਨੂੰ ਜਮਾਂ ਹੀ ਉੱਕਾ ਹੀ ਚੰਗੇ ਨਹੀਂ ਲੱਗਦੇ। ਮੈਂ ਉਹਨਾਂ ਦੇ ਬੋਲਾਂ ਨੂੰ ਸੁਣੀ ਜਾਂਦਾ ਹਾਂ ਪਰ ਮਨ ਵਿੱਚ ਨਹੀਂ ਧਾਰਦਾ। ਬੰਨ ਕੇ ਮੈਨੂੰ ਪਾਠ ਪੜ੍ਹਾ ਰਹੇ ਨੇ, ਮੈਂ ਉਹਨਾਂ ਦੇ ਬੋਲਾਂ ਨੂੰ ਸੁਣਦਾ ਜ਼ਰੂਰ ਹਾਂ ਪਰ ਮਨ ਦੇ ਅੰਦਰ ਉਹਨਾਂ ਦੇ ਬੋਲਾਂ ਨੂੰ ਮੈਂ ਨਹੀਂ ਧਾਰਨ ਕਰਦਾ। ਰਾਗ ਦ્વੈਕ ਜੈ ਮਾਈ ਬਿਸਾਲਾ। ਉਹਨਾਂ ਦੇ ਹਿਰਦੇ ਅੰਦਰ ਇੰਨੀ ਵੱਡੀ ਈਰਖਾ ਰਾਗ ਦਵਾਸ਼ ਹੋਵੇ, ਕਿਉਂ ਮਨ ਰੁਚੇ ਜਗਤ ਜੰਜਾਲਾ। ਉਹਨਾਂ ਦਾ ਹਿਰਦੇ ਦੇ ਅੰਦਰ ਜਗਤ ਭਾਵੇ ਕਿਵੇਂ ਅੱਛਾ ਲੱਗੇ। ਸ਼੍ਰੀ ਕਰਤਾਰ ਚਰਨ ਲੇਵ ਲਾਗੀ। ਮੇਰੀ ਚਿੱਤ ਉਸ ਪਰਿਪੂਰਨ ਪਰਮਾਤਮਾ ਕਰਤਾਰ ਦੇ ਚਰਨਾਂ ਵਿੱਚ ਮੇਰੀ ਚਿੱਤ ਜੁੜੀ ਹੋਈ ਸੀ। ਐਨਿਸ ਵਿੱਚ ਵਿਵੇਕ ਅਨੁਰਾਗੀ। ਦਿਨ ਤੇ ਰਾਤ ਉਸ ਸਾਹਿਬ ਦੇ ਘਰ ਦੇ ਨਾਲ, ਮਾਲਕ ਜੀ ਦੇ ਮੁਬਾਰਕ ਚਰਨ ਕਮਲਾਂ ਨਾਲ ਮੇਰੀ ਜੋ ਚਿੱਤ ਜੁੜੀ ਹੋਈ। ਜਗਤੇ ਆਸਾਰ ਸਰਬਈ ਜਾਨਾ। ਇਸ ਸਾਰੇ ਜਗਤ ਨੂੰ ਆਸਾਰ ਕਹੀਏ ਮੈਂ ਨਾਸ਼ਮਾਨ ਜਾਣਿਆ। ਸਿਮਰਨ ਨਾਮ ਸਾਰ ਇੱਕ ਮਾਨਾ। ਇੱਕ ਸਾਰ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸਿਮਰਿਆ। ਜਬ ਸੋ ਕਰਕੇ ਕਾਜ ਸਿਧਾਵੇਂ। ਕਹਿੰਦੇ ਕਈ ਵਾਰੀ ਜਦੋਂ ਸੰਡਾ ਤਥਾ ਅਮਰਕਾ ਬਾਹਰ ਜਾਂਦੇ ਹਨ ਘਰ ਦੇ ਕੰਮਕਾਰ ਵਾਸਤੇ, ਜਾਂ ਕਈ ਵਾਰੀ ਘਰੋਂ ਜਦੋਂ ਉਹ ਦੋਵੇਂ ਜਣੇ ਬਾਹਰ ਹੁੰਦੇ ਹਨ, ਤਬ ਦੈਂਤਨ ਕੇ ਬਾਲਿਕ ਆਵੇਂ। ਕਹਿੰਦੇ ਉਸ ਵਕਤ ਦੈਂਤਾਂ ਦੇ ਬੱਚੇ ਕਈ ਵਾਰ ਘਰ ਵਿੱਚ ਪੜਨ ਵਾਸਤੇ ਆਉਂਦੇ ਸਨ। ਪਾਠਸ਼ਾਲਾ ਤੋਂ ਬਿਨਾਂ ਜੋ ਘਰ ਵਿੱਚ ਵੀ ਕਈ ਵਾਰ ਉਹਨਾਂ ਦੇ ਦੈਂਤਾਂ ਦੇ ਬਾਲਕ ਮੇਰੇ ਕੋਲ ਆ ਜਾਂਦੇ ਸਨ ਬੱਚੇ ਨੂੰ ਵੇਖ ਕੇ। ਜਿੱਥੇ ਮੈਨੂੰ ਬੰਨ ਕੇ ਰੱਖਿਆ ਹੋਇਆ ਸੀ ਬਾਲਕ ਘਰ ਆ ਜਾਂਦੇ ਹਨ। ਸ਼ੁਭ ਉਪਦੇਸ਼ ਦਿਓ ਮੈਂ ਤਾਉ। ਤੇ ਕਹਿੰਦੇ ਭਗਤ ਜੀ ਕਹਿੰਦੇ ਮੈਂ ਉਹਨਾਂ ਨੂੰ ਰੱਬ ਦੇ ਘਰ ਦਾ ਉਪਦੇਸ਼ ਦੇਣਾ ਉਹਨਾਂ ਨੂੰ ਵੀ ਸ਼ੁਰੂ ਕਰ ਦਿੱਤਾ। ਜਿੱਥੇ ਆਪਾਂ ਬਚਨ ਪੜ੍ਹਨੇ ਹਾਂ ਚਟਿਆ ਸਭੇ ਬਿਗਾਰੇ, ਕਹਿੰਦੇ ਹੋਰ ਵੀ ਬੱਚੇ ਵਿਗਾੜ ਦਿੱਤੇ। ਚਟਿਆ ਸਭੇ ਬਿਗਾਰੇ
ਕਹਿੰਦੇ ਉਹ ਬਾਲਕ ਆਉਂਦੇ ਹਨ ਤੇ ਮੈਂ ਉਹਨਾਂ ਨੂੰ ਵੀ ਰੱਬ ਦੇ ਘਰ ਦਾ ਨਿਰਮਲ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਸੁਨ ਕਰ ਸੋ ਤਾਰੇ ਉਰਮਾਓ। ਕਹਿੰਦੇ ਹੁਣ ਉਹਨਾਂ ਦੀ ਪੱਟੀ ਦੇ ਉੱਪਰ ਮਾਲਕ ਜੀ ਦਾ ਨਿਰਮਲ ਪਵਿੱਤਰ ਉਪਦੇਸ਼ ਲਿਖਿਆ ਜਾਣ ਲੱਗਾ। ਉਹਨਾਂ ਦੇ ਹਿਰਦੇ ਦੇ ਕਾਗਜ਼ ਦੇ ਉੱਪਰ ਜਿਹੜਾ ਪਾਵਨ ਪਵਿੱਤਰ ਗੁਰੂ ਦਾ ਉਪਦੇਸ਼, ਗੁਰੂ ਦੇ ਬਚਨ ਲਿਖੇ ਜਾਣ ਲੱਗੇ। ਬੂਝੇ ਸੁਨ ਕਰ ਪ੍ਰਸ਼ਨ ਬਹੋਰੀ। ਕਹਿੰਦੇ ਕਈ ਵਾਰੀ ਉਹ ਦੈਂਤਾਂ ਦੇ ਬਾਲਕ ਜਿਹੜੇ ਨਾਲ ਪੜ੍ਹਦੇ ਸਨ ਉਹਨਾਂ ਨੇ ਮੈਨੂੰ ਬਚਨ ਪੁੱਛਨੇ। ਜਾਗੇ ਤਿਨ ਔਰ ਭਗਤ ਨਾ ਥੋਰੀ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਾਲਕ ਦੀ ਪ੍ਰੇਮਾ ਭਗਤੀ ਪੈਦਾ ਹੋਈ। ਦੋਹਰਾ ਸ਼੍ਰੀ ਗੁਰ ਪਗ ਕੇ ਤਕ ਪੁਸ਼ਪ ਪ੍ਰੇਮ ਕੰਟ ਜੈ ਸੰਗ। ਮਾਲਕ ਜੀ ਦੇ ਮੁਬਾਰਕ ਚਰਨ ਕਮਲ ਜੋ ਕੇਤਕੀ ਦੇ ਫੁੱਲਾਂ ਦੇ ਸਮਾਨ ਹਨ। ਭਾਈ ਸਾਹਿਬ ਜੀਆਂ ਨੇ ਅਧਿਆਇ ਇੱਥੇ ਨਵਾਂ ਪ੍ਰਾਰੰਭ ਕੀਤਾ ਹੈ, ਮੰਗਲ ਕੀਤਾ ਮਾਲਕ ਜੀ ਦੇ ਪਾਵਨ ਮੁਬਾਰਕ ਚਰਨ ਕਮਲਾਂ ਦਾ, ਕਿ ਮੈਂ ਉਹਨਾਂ ਜਿਹੜਾ ਕੇਤਕੀ ਦੇ ਫੁੱਲਾਂ ਦੇ ਨਾਲ ਲੱਗੇ ਹੋਏ ਕੰਡਿਆਂ ਦੇ ਨਾਲ ਆਪਣੇ ਅੰਦਰ ਨੂੰ ਚੰਗੀ ਤਰ੍ਹਾਂ ਪਰੋ ਕੇ ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਸੋ ਉਮੰਗ। ਉਹਨਾਂ ਚਰਨ ਕਮਲਾਂ ਦੇ ਨਾਲ ਆਪਣੇ ਅੰਦਰ ਨੂੰ ਪਰੋ ਕੇ, ਉਹਨਾਂ ਕੰਡਿਆਂ ਨਾਲ ਪਰੋ ਕੇ, ਹੇ ਸਾਧ ਸੰਗਤ ਜੀ ਮੈਂ ਪ੍ਰੇਮ ਸਹਿਤ ਕਥਾ ਅੱਗੇ ਸਰਵਣ ਕਰਵਾਉਂਦਾ ਹਾਂ। ਸ਼੍ਰੀ ਬਾਲਾ ਸੰਧੂ ਆਚ ਚੌਪਈ ਸੁਨ ਸ਼੍ਰੀ ਅੰਗਦ ਕਥਾ ਪੁਨੀਤਾ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀਓ ਮਹਾਰਾਜ ਅਗਾਰੀ ਕਥਾ ਪੁਨੀਤ ਪਵਿੱਤਰ ਕਥਾ ਸਰਵਣ ਕਰੋ। ਕਹਿਤ ਪ੍ਰਹਲਾਦ ਭਇਓ ਜਸ ਰੀਤਾ। ਜਿਸ ਪ੍ਰਕਾਰ ਜਗਤ ਦੇ ਅੰਦਰ ਪਵਿੱਤਰ ਨਿਰਮਲ ਰੀਤ ਭਗਤ ਪ੍ਰਹਲਾਦ ਜੀਆਂ ਨੇ ਕਥਾ ਵਾਰਤਾ ਸੁਣਾਈ। ਦੈਂਤ ਪੁੱਤਰ ਜਬ ਟਿਗੋਏ ਬੈਸੇ। ਜਦੋਂ ਮੇਰੇ ਕੋਲ ਬਾਲਕ ਆਣ ਕੇ ਹੋਰ ਵੀ ਬੈਠ ਜਾਂਦੇ ਹਨ, ਜਿਹੜੇ ਬੱਚੇ ਆਉਂਦੇ ਹਨ ਉਹਨਾਂ ਕੋਲੋਂ ਪੜਨ ਵਾਸਤੇ, ਕਈ ਵਾਰ ਉਹ ਬਾਹਰ ਹੁੰਦੇ ਸਨ, ਉਹ ਮੇਰੇ ਕੋਲ ਆਣ ਕੇ ਉਹਨਾਂ ਬੈਠ ਜਾਣਾ। 300 ਬਚਨ ਸੁਭਗ ਉਪਦੇਸ਼ੇ। ਮੈਂ ਉਹਨਾਂ ਨੂੰ ਨਿਰਮਲ ਪਵਿੱਤਰ ਉਪਦੇਸ਼ ਦੇਣਾ ਸ਼ੁਰੂ ਕਰਨਾ। ਦਨੁਜ ਸੁਤੋ ਸੁਨੀਏ ਦੇ ਕਾਨਾ। ਇਹ ਦੈਂਤਾਂ ਦੇ ਪੁੱਤਰੋ ਮੇਰੀ ਗੱਲ ਧਿਆਨ ਨਾਲ ਤੁਸੀਂ ਕੰਨ ਕਰਕੇ ਮੇਰੀ ਗੱਲ ਸੁਣੋ। ਕਰੋ ਪ੍ਰਾਨ ਨਿਜ ਕੋ ਕਲਿਆਣ। ਆਪਣੇ ਪ੍ਰਾਣਾਂ ਦਾ ਤੁਸੀਂ ਕਲਿਆਣ ਕਰਵਾਓ। ਜਗਤ ਦੇ ਅੰਦਰ ਜੇ ਆਏ ਹਾਂ ਤੇ ਇਹਦਾ ਕਲਿਆਣ ਕਰਵਾਓ। ਇਹ ਤਨ ਦੁਰਲਭ ਜਾਨੋ ਭਾਈ। ਇਹ ਭਾਈ ਜਿਹੜਾ ਤਨ ਹੈ ਬੜਾ ਦੁਰਲਭ ਹੈ, ਬੜੀ ਮੁਸ਼ਕਲ ਨਾਲ ਇਹ ਤਨ ਮਿਲਿਆ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ ਵਾਲੀ ਸਾਰੀ ਬਚਨ ਪੜ ਲੈਣੇ ਪੌੜੀ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰ ਹੈ ਦੂਧ ਭਰ ਜੋਬਨ ਭੋਜਨ। ਉਹਦੇ ਮਾਲਕ ਦੇ ਗੁਣਾਂ ਨੂੰ ਕਹਿੰਦੇ ਭਾਈ ਇਹ ਜਿਹੜੀ ਦੇਹੀ ਹੈ ਬੜੀ ਦੁਰਲਭ ਹੈ। ਪੁਨ ਇਸਥਰ ਨੈ ਜਗਤ ਰਹਾਈ। ਭਾਈ ਫਿਰ ਇਹ ਸਦੀਵੀ ਕਾਇਮ ਨਹੀਂ, ਇਹ ਥੋੜ ਸਮੇਂ ਬਾਅਦ ਬਿਨਸਣ ਵਾਲੀ ਹੈ। ਸੇਵੋ ਸ਼੍ਰੀ ਪਤ ਚਰਨ ਸਰੋਜਾ। ਮਾਲਕ ਜੀਆਂ ਦੇ ਪਵਿੱਤਰ ਚਰਨ ਕਮਲਾਂ ਨੂੰ ਸੇਵਨਾ ਕਰੋ। ਤਜੋ ਹਿਰਦੇ ਤੇ ਮਾਨ ਮਨੋਜਾ। ਆਪਣੇ ਹਿਰਦੇ ਵਿੱਚੋਂ ਅਹੰਕਾਰ ਨੂੰ ਛੱਡ ਦਿਓ, ਆਪਣੇ ਹਿਰਦੇ ਵਿੱਚੋਂ ਇਹਨਾਂ ਵਿਕਾਰਾਂ ਨੂੰ ਛੱਡ ਦਿਓ। ਨਿਸ ਦਿਨ ਸਿਮਰੋ ਨਾਮ ਮਹਾਨਾ। ਮਾਲਕ ਜੀਆਂ ਦੇ ਪਵਿੱਤਰ ਨਾਮ ਨੂੰ ਦਿਨ ਤੇ ਰਾਤ ਸਿਮਰਨਾ ਕਰੋ। ਸਭ ਸੁਖ ਧਾਮ ਕਰਤ ਕਲਿਆਣਾ। ਉਹ ਮਾਲਕ ਸਰਵ ਪ੍ਰਕਾਰ ਜੋ ਕਲਿਆਣ ਕਰਨ ਵਾਲਾ ਹੈ। ਤਜੋ ਭੋਗ ਇਤ ਕਰਨੇ ਉਪਾਈ। ਔਰ ਤੁਸੀਂ ਇਹਨਾਂ ਵਿਕਾਰਾਂ ਨੂੰ ਛੱਡ ਕੇ ਨਾਮ ਸਿਮਰਨ ਵਿੱਚ ਇਹ ਸਭ ਜੋਨ ਵਿਖੇ ਕਰ ਆਏ। ਇਹ ਤਾਂ ਜੋ ਕਾਰਜ ਹਨ ਇਹ ਵਿਕਾਰ ਤਾਂ ਸਾਰੀਆਂ ਜੂਨਾਂ ਵਿੱਚ ਵੀ ਹਨ। ਸ਼ੂਕਰ ਸਵਾਨ ਆਦ ਪਸ਼ੂ ਜੇਉ। ਔਰ ਜਿੰਨੇ ਵੀ ਆ ਸਾਰੇ ਜਿਹੜੇ ਪਸ਼ੂ ਆਦ ਹਨ ਇਹ ਵੀ ਤਾਂ ਵਿਕਾਰਾਂ ਦੇ ਅੰਦਰ ਹੀ ਹਨ। ਤੇ ਜੇ ਜੀਵ ਵੀ ਮਨੁੱਖ ਵੀ ਇਹਨਾਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਤੇ ਫਿਰ ਇਸ ਜੀਵ ਦੀ ਉੱਤਮਤਾਈ ਕਿਸ ਗੱਲ ਦੇ ਵਿੱਚ ਬਾਕੀ ਰਹਿ ਗਈ। ਕਈ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅਜ ਪਿੰਗ ਮੀਨ ਪਤੰਗ ਕੁੰਚਰ ਏਕ ਦੁਖ ਬਿਨਾਸ਼ ਪੰਜ ਦੁਖ ਆਸਾਦ ਜਾਮੈ ਤਾਂ ਕੀ ਕੇ ਤਕ ਆਸ ਭਗਤ ਰਵਿਦਾਸ ਸਾਹਿਬ ਜੀ
ਕਹਿੰਦੇ ਭਾਈ ਤਾਂ ਫਿਰ ਵਕਾਰ ਉਹਨਾਂ ਪਸ਼ੂ ਪੰਛੀਆਂ ਵਿੱਚ ਵੀ ਹਨ। ਇਹ ਕੌਣ ਸਿੱਖਿਆ ਦੇ ਰਹੇ ਹਨ? ਭਗਤ ਪ੍ਰਹਿਲਾਦ ਜੀ। ਕਿਹਨਾਂ ਨੂੰ? ਦੈਂਤਾਂ ਦੇ ਪੁੱਤਰਾਂ, ਉਹਨਾਂ ਦੇ ਬਾਲਕਾਂ ਨੂੰ। ਕਰਮ ਅਧੀਨ ਪਾਏ ਸਭ ਤੇਉ। ਔਰ ਇਹ ਸਾਰਾ ਕੁਝ ਜੀਵ ਤਾਂ ਕਰਮਾਂ ਦੇ ਅਧੀਨ ਹੋ ਕੇ ਕਰਦਾ ਹੈ। ਇੰਦਰੀ ਸੁਖ ਪਾਇਤ ਸਭ ਠੌਰਾ। ਔਰ ਇਹਨਾਂ ਵਕਾਰਾਂ ਦੇ ਅੰਦਰ ਜੀਵ ਤਾਂ ਇਹਨਾਂ ਵਕਾਰਾਂ ਵਿੱਚ ਭਾਵ ਪਸ਼ੂ ਪੰਛੀ ਵੀ ਵਕਾਰ ਭੋਗਦੇ ਹਨ। ਬਿਨ ਪ੍ਰਯਾਸ ਖਗ ਆਦ ਜਿਉਰਾ। ਕੀ ਪਸ਼ੂ ਕੀ ਪੰਛੀ ਆਦ ਸਾਰੇ। ਬਿਨ ਸ਼ੰਕਾ ਤੇ ਬਾਸੁਰ ਰਾਤੀ। ਔਰ ਇਸ ਪ੍ਰਕਾਰ ਜੀਵਨ ਬਤੀਤ ਹੁੰਦਾ ਹੈ। ਕਾਮ ਚੇਸ਼ਟਾ ਕਰਤ ਸੁਹਾਤੀ। ਕਾਮ ਚੇਸ਼ਟਾ ਅੰਦਰ ਜੀਵਨ ਬਤੀਤ ਭੋਗ ਵਿਲਾਸਾਂ ਵਿੱਚ ਜੀਵਨ ਬਤੀਤ ਕਰ ਲੈਂਦੇ ਹਨ। ਇਹ ਤਨ ਭਜਨ ਹੇਤ ਹੈ ਦੀਨੋ। ਮਾਲਕ ਜੀਆਂ ਨੇ ਇਹ ਕਾਰਜਾਂ ਵਾਸਤੇ ਸਰੀਰ ਨਹੀਂ ਦਿੱਤਾ। ਮਾਲਕ ਜੀਆਂ ਨੇ ਪਰਮਾਤਮਾ ਦੇ ਭਜਨ ਵਾਸਤੇ ਸਰੀਰ ਦਿੱਤਾ ਹੈ। ਇਹਨਾਂ ਵਕਾਰਾਂ ਨੂੰ ਭੋਗਣ ਵਾਸਤੇ ਮਾਲਕ ਜੀਆਂ ਨੇ ਇਹ ਜੀਵਨ ਨਹੀਂ ਦਿੱਤਾ ਕਿ ਇਹਨਾਂ ਨਸ਼ਿਆਂ ਨੂੰ ਭੋਗ ਲਓ, ਇਹਨਾਂ ਵਕਾਰਾਂ ਨੂੰ ਭੋਗ ਲਵੋ। ਮਾਲਕ ਜੀਆਂ ਨੇ ਪਾਵਨ ਬਾਣੀ ਵਿੱਚ ਇਸ ਸਰੀਰ ਨੂੰ ਹਰਮੰਦਰ ਕਿਹਾ ਹੈ ਕਈ ਥਾਵਾਂ ਤੇ। ਹਰਮੰਦਰ ਦਾ ਭਾਵ ਜਿਹਦੇ ਅੰਦਰ ਹਰੀ ਦਾ ਵਾਸਾ ਹੋਵੇ। ਜਿਸ ਘਰ ਦੇ ਅੰਦਰ ਹਰੀ ਦਾ ਵਾਸਾ ਹੈ ਤੇ ਭਾਈ ਜਿੱਥੇ ਫਿਰ ਹਰੀ ਦਾ ਵਾਸਾ ਹੋਵੇ ਉਸ ਸਰੀਰ ਵਿੱਚ ਕੀ ਪਾਉਣਾ ਹੈ? ਧਿਆਨ ਨਾਲ ਪਾਉਣਾ ਹੈ। ਜਿੱਥੇ ਹਰੀ ਦਾ ਵਾਸਾ ਹੋਵੇ ਉੱਥੇ ਫਿਰ ਨਸ਼ੇ ਆਦ ਨਹੀਂ ਪਾਏ ਜਾਂਦੇ, ਉੱਥੇ ਫਿਰ ਵਕਾਰ ਆਦ ਨਹੀਂ ਪਾਏ ਜਾਂਦੇ। ਕਹਿੰਦੇ ਇਹ ਜੋ ਸਮਾਂ ਮਿਲਿਆ ਹੈ ਬਾਦ ਨ ਖੋਵੋ ਸੁਨੋ ਪ੍ਰਬੀਨੋ। ਇਹ ਪ੍ਰਬੀਨੋ ਤੁਸੀਂ ਵਕਾਰਾਂ ਇਹਨੂੰ ਅਜਾਈ ਨਾ ਜਾਣ ਦਿਓ। ਜਿਉ ਬਿਨ ਮੰਗੇ ਤੇ ਦੁੱਖ ਆਵੇ। ਕਹਿੰਦੇ ਕਦੇ ਕਿਸੇ ਨੇ ਦੁੱਖ ਮੰਗਿਆ ਹੈ ਜੀਵਨ ਵਿੱਚ? ਕਦੇ ਕਿਸੇ ਨੇ ਜੀਵਨ ਦੇ ਅੰਦਰ ਕਦੇ ਕਿਸੇ ਨੇ ਦੁੱਖ ਮੰਗਿਆ ਹੈ? ਜਿਵੇਂ ਬਿਨਾਂ ਦੁੱਖ ਮੰਗਿਆ ਹੀ ਤਿਉ ਹੀ ਜਤਨ ਬਿਨਾ ਸੁਖ ਪਾਵੇ। ਕਹਿੰਦੇ ਏਦਾਂ ਆਪੋ ਆਪਣੀ ਵਾਰੀ ਵਿੱਚ ਭਾਈ ਸੁਖ ਵੀ ਆਉਣਗੇ। ਮਹਾਰਾਜ ਜੀਆਂ ਦੇ ਪਾਵਨ ਨੌਵੇਂ ਪਾਤਸ਼ਾਹ ਜੀਆਂ ਦੇ ਬਚਨ। ਸੁਖ ਦੇ ਵਾਸਤੇ ਤਾਂ ਬੰਦੇ ਨੇ ਅਨੇਕਾਂ ਯਤਨ ਕੀਤੇ, ਸੁਖਾਂ ਦੇ ਸਾਧਨ ਤਾਂ ਸਾਰੇ ਕੀਤੇ, ਕਦੇ ਦੁੱਖ ਦੇ ਕੀਤੇ ਵੀ ਮੈਨੂੰ ਦੁੱਖ ਆਏ। ਆ ਬਿਲਡਿੰਗਾਂ ਛੱਤੀਆਂ ਪੱਖੇ ਚੱਲੇ, ਏਸੀ ਚੱਲੇ, ਸਾਰੇ ਸੁਖ ਦੇ ਸਾਧਨ ਹੀ ਤਾਂ ਬੰਦੇ ਨੇ ਕੀਤੇ ਹੋਏ ਹਨ ਭਾਈ। ਪਰ ਜਿਹੜਾ ਇਹ ਦੁੱਖ ਹਨ ਇਹ ਵੀ ਆਪੋ ਆਪਣੀ ਵਾਰੀ ਨਾਲ ਆਉਂਦੇ ਹਨ। ਭਗਤ ਜੀ ਇੱਥੇ ਸਮਝਾ ਰਹੇ ਹਨ, ਕਹਿੰਦੇ ਇਸੇ ਤਰ੍ਹਾਂ ਹੀ ਜਿਵੇਂ ਦੁੱਖ ਆਪਣੀ ਵਾਰੀ ਨਾਲ ਆਏ ਸੁਖ ਵੀ ਆਪਣੀ ਵਾਰੀ ਨਾਲ ਆਉਂਦੇ ਹਨ। ਤਾਂ ਤੇ ਭੋਗਨ ਹੇਤੇ ਉਪਾਉ। ਕਹਿੰਦੇ ਇਹਨਾਂ ਨੂੰ ਭੋਗਣ ਵਾਸਤੇ ਕਰੀਏ ਨਹੀਂ ਕਦਾਚਿਤ ਕਾਉ। ਆਪਣਾ ਚਿੱਤ ਇਧਰ ਨਹੀਂ ਜੋੜਨਾ। ਜਬ ਲੋ ਮ੍ਰਿਤਿਉ ਨਾ ਹੋਏ ਸਰੀਰਾ। ਜਦੋਂ ਤੱਕ ਸਰੀਰ ਦੀ ਮ੍ਰਿਤਿਉ ਨਹੀਂ ਹੋਈ ਤਬ ਲੋ ਸਿਮਰੋ ਗੁਨੀ ਗਈਰਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਿਮਰੋ ਰੱਬ ਦਾ ਨਾਮ ਕਦੋਂ ਤੱਕ? ਜਦੋਂ ਤੱਕ ਅੰਦਰ ਸਵਾਸ ਪਏ ਚੱਲਦੇ ਹਨ ਉਦੋਂ ਤੱਕ ਹੀ। ਕੋਈ ਇੰਨਾ ਨਹੀਂ ਵੀ 5 ਜਾਂ 10 ਦਿਨ ਨਹੀਂ, ਜਦੋਂ ਤੱਕ ਅੰਦਰ ਪ੍ਰਾਣ ਪਏ ਚੱਲਦੇ ਹਨ। ਸੁਨੋ ਆਰਬਲ ਬਿਤੇ ਜੇ ਹੋਤੇ। ਇਸ ਪ੍ਰਕਾਰ ਆਰਬਲਾ ਬੀਤ ਜਾਏ ਅਰਧ ਜਾਨ ਨਿੰਦਰਾ ਬਸ ਸੋਤੇ। ਔਰ ਕਹਿੰਦੇ ਜਿੰਨੀ ਆਪਣੀ ਆਰਬਲਾ ਹੈ, ਜਿੰਨੀ ਆਪਣੀ ਉਮਰਾ ਹੈ, ਅੱਧੀ ਉਮਰਾ ਜੇ ਕਿਸੇ ਦੀ 60 ਸਾਲ ਜਾਂ 80 ਸਾਲ ਹੈ ਭਾਈ, ਅੱਧੀ ਤਾਂ ਰਾਤ ਦੇ ਵੇਲੇ ਸੌਂ ਕੇ ਲੰਘ ਗਈ, ਅੱਧੀ ਉਮਰ ਤਾਂ 40 ਵਿੱਚੋਂ 20 ਉਹ ਤਾਂ ਸੁੱਤਿਆਂ ਭਾਵ ਰਾਤਰੀ। ਇਸ ਪ੍ਰਕਾਰ ਨਿੰਦਰਾ ਵਸ ਹੋ ਕੇ ਉਹ ਉਮਰਾ ਬਤੀਤ ਹੋ ਗਈ। ਬਾਲਕ ਮੁਗਧ ਬੁੱਧ ਮੈਂ ਕੇਤੀ। ਔਰ ਕਈ ਸਾਲ 8-10 ਸਾਲ ਤਾਂ ਬਾਲਕ ਮਤ ਦੇ ਅੰਦਰ ਹੀ ਉਮਰ ਬਤੀਤ ਹੋ ਗਈ। ਰਹਿ ਕਿੰਨੇ ਮਗਰ ਬਾਕੀ ਗਏ 10 ਬਾਲਤਮ। ਸਤਿਗੁਰੂ ਜੀਆਂ ਨੇ ਤਾਂ 10 ਸਾਲਾਂ ਤੱਕ ਬਾਲਤਮ ਕਿਹਾ ਹੈ। 20 ਰਵਣੰ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ਼ਲੋਕ ਦੇ ਅੰਦਰ ਮਾਝ ਕੀ ਵਾਰ ਦੇ ਅੰਦਰ ਪਾਵਨ ਸ਼ਲੋਕਾਂ ਵਿੱਚ ਆਰੰਭਤਾ ਜਿੱਥੋਂ ਕੀਤੀ ਮਾਝ ਕੀ ਵਾਰ ਦੀ, ਸਤਿਗੁਰੂ ਜੀਆਂ ਨੇ ਉੱਥੇ ਪਾਵਨ ਪਵਿੱਤਰ ਬਚਨ ਸਤਿਗੁਰੂ ਜੀ ਲਿਖਦੇ ਹਨ। 10 ਬਾਲਤਮ 20 ਰਵਣੰ ਤੀਸਾ ਕਾ ਸੁੰਦਰ ਕਹਾਵੈ। ਕਹਿੰਦੇ ਇਸ ਪ੍ਰਕਾਰ ਅੱਧੀ ਉਮਰਾ ਸੁੱਤਿਆਂ ਲੰਘ ਗਈ, ਅੱਧੀ ਉਮਰਾ ਬਹੁਤਾ ਜਿਹੜਾ ਸਮਾਂ ਕਈ ਸਾਲ ਬਚਪਨੇ ਵਿੱਚ ਲੰਘ ਗਏ। ਸੁਧ ਬਹੀਨ ਬਿਤੇ ਸਭ ਤੇਤੀ। ਇਹ ਸਾਰੀ ਬਿਨਾ ਸੁਧ ਤੋਂ ਲੰਘ ਗਈ। ਪਇਓ ਤਰੁਣ
ਤਰੁਨੀ ਤਬ ਜੀਤਾ ਔਰ ਕਹਿੰਦੇ ਜਦੋਂ ਫਿਰ ਬੰਦਾ ਜਵਾਨ ਹੋਇਆ ਦਰਬ ਕਮਾਵਨ ਚਿੰਤਾ ਚੀਤਾ ਬਸ ਫਿਰ ਧਨ ਕਮਾਉਣ ਵਾਲੇ ਪਾਸੇ ਜੁੜ ਗਿਆ, ਫਿਰ ਉਧਰ ਹੰਬਲਾ ਮਾਰਿਆ। ਜਰਾ ਗ੍ਰਸਤ ਬੋਰੋ ਪਾ ਪ੍ਰਾਨੀ ਫਿਰ ਸਮਾਂ ਆ ਗਿਆ, ਕਹਿੰਦੇ ਜਦੋਂ ਜਵਾਨੀ ਲੰਘੀ ਫਿਰ ਕਹਿੰਦੇ ਬੁਢੇਪਾ ਆ ਗਿਆ। ਇੰਦਰੀ ਸਿਥਲ ਸੁਮਤ ਬਿਕੁਲਾਨੀ ਫਿਰ ਨੈਣੋ ਨੀਰ ਬਹੇ ਤਨ ਖੀਨਾ ਭਏ, ਕੇਸ ਦੁੱਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਮਹਾਰਾਜ ਕਹਿੰਦੇ ਹੁਣ ਜਰ ਆਈ ਜੋਬਨ ਹਾਰਿਆ, ਕਹਿੰਦੇ ਬੁਢੇਪੇ ਨੇ ਜੋਬਨ ਨੂੰ ਖਾ ਲਿਆ, ਜਵਾਨੀ ਹਾਰ ਗਈ, ਬੁਢੇਪਾ ਜਿੱਤ ਗਿਆ। ਹੁਣ ਕੀ ਅਵਸਥਾ ਬਣ ਗਈ, ਹੁਣ ਅੱਖਾਂ ਵਿੱਚੋਂ ਬੇਰੋਕ ਪਾਣੀ ਵਗਦਾ ਹੈ, ਤਨ ਖੀਨਾ ਖੀਨਾ ਕਹੀਏ ਬਿਰਧ ਹੋ ਗਿਆ ਹੈ। ਕੇਸ ਦੁੱਧਵਾਨੀ ਦੁੱਧਵਾਨੀ ਦੁੱਧ ਦੇ ਰੰਗ ਵਾਲੇ ਕੇਸ ਹੋ ਗਏ, ਚਿੱਟੇ ਸ਼ਾਹ ਤੌਲੇ ਆ ਗਏ। ਰੂਦਾ ਕੰਠ ਰੁਕਿਆ ਹੋਇਆ ਕੰਠ ਹੁਣ ਗੱਲ ਨਹੀਂ ਕਰ ਸਕਦਾ, ਅਬ ਕਿਆ ਕਰੈ ਪ੍ਰਾਨੀ। ਭੂੰਡੀ ਚਾਲ ਚਰਨ ਕਰ ਖਿਸਰੇ, ਤੁਚਾ ਦੇ ਕੁਮਲਾਨੀ ਨੇਤਰੀ ਧੁੰਦ ਕਰਨ ਪਏ ਬਹਿਰੇ, ਮਨਮੁਖ ਨਾਮ ਨਾ ਜਾਨੀ ਅੰਧਲੇ, ਕਿਆ ਪਾਇਆ ਜਗ ਆਏ ਰਾਮ ਹਿਰਦੇ ਨੇ ਗੁਰ ਕੀ ਸੇਵਾ ਚਾਲੇ, ਮੂਲ ਗਵਾਏ। ਮਹਾਰਾਜ ਕਹਿੰਦੇ ਤੂੰ ਮੂਲ ਹੀ ਗਵਾ ਕੇ ਤੁਰ ਪਿਆ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਤਿੰਨੇ ਇਹ ਲੰਘ ਗਈਆਂ। ਗਿਰਾ ਸਕਲ ਮੈਂ ਮੋਹ ਬੇਸਾਲਾ ਕਹਿੰਦੇ ਆਪਣੇ ਘਰ ਪਰਿਵਾਰ ਦੇ ਅੰਦਰ ਹੀ ਜੀਵ ਇੱਥੇ ਹੀ ਮੋਹ ਕਰੀ ਬੈਠਾ ਹੈ। ਪੋਖਣ ਕੁਟੰਬ ਬਿਤਾਇਓ ਕਾਲਾ ਪਰਿਵਾਰ ਦਾ ਪਾਲਣ ਪੋਸ਼ਣ ਵਿੱਚ ਹੀ ਸਮਾਂ ਬਤੀਤ ਹੋ ਗਿਆ। ਰਜ ਸਨੇ ਪਰਿਵਾਰ ਬੰਧਾਨਾ ਪਰਿਵਾਰ ਦੇ ਪਿਆਰ ਰੂਪੀ ਰੱਸੀ ਵਿੱਚ ਵੱਜਾ ਰਿਹਾ। ਛੁਟਨੋ ਕਠਨ ਬਿਨਾ ਗੁਰ ਗਿਆਨਾ ਔਰ ਗੁਰੂ ਦੇ ਗਿਆਨ ਤੋਂ ਬਿਨਾ ਛੁੱਟਣਾ ਬੜਾ ਔਖਾ ਹੈ। ਪ੍ਰਭ ਕਰਨਾ ਤੇ ਹੋਏ ਵਿਰਾਗਾ ਹਾਂ, ਜੇ ਪ੍ਰਭੂ ਜੀ ਕਿਰਪਾ ਕਰ ਦੇਣ ਤੇ ਫਿਰ ਹਿਰਦੇ ਅੰਦਰ ਵੈਰਾਗ ਜਾਗਦਾ ਹੈ। ਮੋਹ ਕੁਟੰਬੇ ਕਰੇ ਤਿਆਗਾ ਜੀਵ ਮੋਹ ਦੇ ਕੁਟੰਬ ਨੂੰ ਛੱਡ ਦਿੰਦਾ ਹੈ। ਜਗ ਤੇ ਆਸਾਰ ਜਾਣ ਕਰ ਸਭਈ ਜਗਤ ਨੂੰ ਅਸਾਰ ਜਾਣ ਕੇ ਗੁਰ ਉਪਦੇਸ਼ ਗਏ ਦਿੜ ਤਬਈ ਫਿਰ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵ ਪਿੜ ਪੱਲੇ ਬੰਨ ਲੈਂਦਾ। ਜੇ ਗੁਰੂ ਤਰਸ ਕਰੇ, ਆਤਮ ਪੂਰਨ ਜੈ ਕਹਿ ਦੇਖੀ ਜਿਨੇ ਭਾਈ ਆਪਣੀ ਆਤਮਾ ਸਾਰੇ ਪਾਸੇ ਪੂਰਨ ਵੇਖ ਲਈ, ਨਿਜ ਸਰੂਪ ਕੋ ਲਖੇ ਵਿਸ਼ੇਖੀ ਜਿਨ੍ਹਾਂ ਆਪਣੇ ਸਵਰੂਪ ਨੂੰ ਤੱਕ ਲਿਆ, ਮਨ ਕੀ ਬ੍ਰਿਤ ਟਿਕੇ ਸੁਖ ਰਾਸਾ ਮਨ ਦੀ ਬਿਰਤੀ ਟਿਕ ਗਈ ਔਰ ਸੁਖ ਪਾਇਆ। ਨਿਸ਼ਚਲ ਹੋਵੇ ਦਿੜ ਅਭਿਆਸਾ ਔਰ ਜੀਵ ਨਿਸ਼ਚਲ ਹੋ ਗਿਆ ਅਭਿਆਸ ਕਰਕੇ। ਦੈਂਤ ਪੁੱਤਰ ਸੁਨ ਗਿਰਾ ਉਚਾਰੀ ਇਸ ਪ੍ਰਕਾਰ ਭਗਤ ਪ੍ਰਹਿਲਾਦ ਜੀਆਂ ਨੇ ਸਾਰਾ ਜਿਹੜਾ ਉੱਥੇ ਬੈਠ ਕਰਕੇ ਭਗਤ ਪ੍ਰਹਿਲਾਦ ਜੀ ਉਪਦੇਸ਼ ਪਏ ਦੇ ਰਹੇ ਹਨ। ਜਦੋਂ ਦੈਂਤਾਂ ਦੇ ਪੁੱਤਰਾਂ ਨੇ ਭਗਤ ਪ੍ਰਹਿਲਾਦ ਜੀਆਂ ਦੇ ਕੋਲ ਆਣ ਕੇ ਬੈਠੇ ਹਨ, ਉਹਨਾਂ ਜਦੋਂ ਬੈਠ ਕੇ ਕੋਲ ਉੱਥੇ ਆਉਣਾ, ਭਗਤ ਪ੍ਰਹਿਲਾਦ ਜੀਆਂ ਨੇ ਸਾਧ ਸੰਗਤ ਜੀਓ ਇਸ ਪ੍ਰਕਾਰ ਭਗਤ ਪ੍ਰਹਿਲਾਦ ਜੀਆਂ ਨੇ ਉੱਥੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਸਾਰਿਆਂ ਨੂੰ। ਔਰ ਜਿਤਨੇ ਵੀ ਦੈਂਤਾਂ ਦੇ ਬਾਲਕ ਪੁੱਤਰ ਸਨ ਆਣ ਕੇ ਉਹ ਪੁੱਛਦੇ ਹਨ ਕਿ ਦੱਸੋ ਤੁਸੀਂ ਇਹ ਉਪਦੇਸ਼ ਕਿੱਥੋਂ ਲਿਆ ਹੈ? ਪੜ੍ਹਦੇ ਤਾਂ ਆਪਾਂ ਸਾਰੇ ਇਕੱਠੇ ਹਾਂ, ਤੁਹਾਨੂੰ ਜਿਹੜਾ ਆਹ ਪਾਠ ਪੜ੍ਹਾਇਆ ਕਿਸ ਨੇ ਹੈ? ਆਪਣੇ ਕੋਲ ਤਾਂ ਆਪਾਂ ਕਿਤੇ ਹੋਰ ਪਾਸੇ ਗਏ ਵੀ ਨਹੀਂ। ਦੈਂਤਾਂ ਦੇ ਪੁੱਤਰ ਭਗਤ ਪ੍ਰਹਿਲਾਦ ਜੀਆਂ ਨੂੰ ਜਿਸ ਪ੍ਰਕਾਰ ਬਚਨ ਬਿਲਾਸ ਪੁੱਛਦੇ ਹਨ, ਭਗਤ ਜੀ ਕਿਸ ਪ੍ਰਕਾਰ ਉੱਤਰ ਦਿੰਦੇ ਹਨ, ਗਿਆਨ ਕਿੱਥੋਂ ਪ੍ਰਾਪਤ ਹੋਇਆ ਹੈ? ਭਗਤ ਜੀ ਹੁਣ ਉਹਨਾਂ ਆਪਣੇ ਸੰਗੀਆਂ ਨੂੰ ਉਹਦਾ ਉੱਤਰ ਦੇ ਰਹੇ ਹਨ ਕਿ ਮੈਨੂੰ ਗਿਆਨ ਕਿੱਥੋਂ ਪ੍ਰਾਪਤ ਹੋਇਆ ਹੈ। ਸਤਿਗੁਰੂ ਰਹਿਮਤ ਕਰਨ। ਅਗਲੇਰੇ ਦੀਵਾਨਾਂ ਅੰਦਰ ਪ੍ਰਸੰਗਾਂ ਵਿੱਚ ਕਥਾ ਵਾਰਤਾ ਸਰਵਣ ਕਰਾਂਗੇ ਜੀ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੇਨਤੀ ਹੈ ਸੰਮਤ ਨਾਨਕ ਸ਼ਾਹੀ 554 553 ਦੀ ਸਮਾਪਤੀ ਹੋਈ। 554 ਕੱਲ ਤੋਂ ਜੋ ਨਵਾਂ ਨਾਨਕ ਸ਼ਾਹੀ ਸੰਮਤ ਪ੍ਰਾਰੰਭ ਹੋਣਾ ਹੈ ਪਰਸੋਂ ਤੋਂ 14 ਤਰੀਕ ਤੋਂ ਚੇਤਰ ਤੋਂ, ਉਹ ਸਾਧ ਸੰਗਤ ਜੀ ਉਹ ਰਾਤ ਵੇਲੇ ਕੱਲ ਨੂੰ ਮੋਤੀ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਪਾਵਨ ਅਸਥਾਨਾਂ ਤੇ ਜਿਵੇਂ ਆਪਾਂ ਨਵਾਂ ਸਾਲ ਮਨਾਉਂਦੇ ਹਾਂ, ਸਾਰੇ ਪਾਸੇ ਵਧਾਈਆਂ ਦਾ ਤਾਂਤਾ ਲੱਗਦਾ। ਆਪਣਾ ਨਵਾਂ ਸਾਲ ਭਾਈ ਚੇਤਰ ਤੋਂ ਆਰੰਭ ਹੈ। ਮਾਲਕ ਜੀਆਂ ਦੇ ਗੁਣਾਂ ਨੂੰ ਆਪਾਂ ਉੱਥੇ ਬੈਠ ਕਰਕੇ ਸਰਵਣ ਕਰਨਾ ਹੈ।
ਸੰਮਤ ਨਾਨਕਸ਼ਾਹੀ 554 ਦੀ ਆਰੰਭਤਾ ਹੋਣੀ ਹੈ। ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਭਾਈ ਸਤਨਾਮ ਸਿੰਘ ਜੀ ਹੋਰ ਵੀ ਗੁਰਮੁਖ ਪਿਆਰਿਆਂ ਨੇ ਹਾਜ਼ਰੀਆਂ ਭਰਨੀਆਂ ਹਨ। ਸਾਧ ਸੰਗਤ ਜੀਓ, ਸੋ ਬੇਨਤੀ ਹੈ ਕੱਲ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਦੀਵਾਨ ਹਾਲ ਵਿਖੇ ਰਾਤਰੀ ਵੇਲੇ ਦੇ ਸਮਾਗਮ ਸਮਾਂ ਹੈ 8 ਤੋਂ 12 ਵਜੇ ਤੱਕ ਦਾ ਰਾਤ ਨੂੰ। ਸੋ ਸਣ ਪਰਿਵਾਰਾਂ ਹਾਜ਼ਰੀਆਂ ਭਰ ਕਰਕੇ ਸਾਧ ਸੰਗਤ ਜੀਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸੀ ਹੇ ਪੂਰਨ ਹੇ ਸਰਬ ਮੈਂ ਪੰਜਨ ਗੁਣਤਾ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਵਟੀ ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਬਬੇ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ ਹੇ ਸੰਤਾਂ ਕਾ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਾਂ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜਾ ਨਾਮ ਦਾਨ ਕੋਈ ਐ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਗੁਰ ਪਾਰੇ ਉਤਾਰ ਨਿਆਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।